भी सच धन धन श्री गुरु ग्रंथ साहिब जी महाराज जियो। सब ते वड्डा सतगुरु नानक जिन कल राखी मेरी। तुझे आगे अरदास हमारी अरदास, तुझे आगे अरदास हमारी जियो पिंड सब नानक सब तेरी वडियाई, कोई ना ना जाने मेरा। तेरे कवन कवन गुण कह गावा, तेरे कवन कवन गुण कह गावा। साहेब गुणी निधाना, तुम्हारी महिमा बरन न सकूं। तू ठाकुर ऊंच भगवाना, जा तू मेरे बल है तो क्या मोशद है, तद सब कुछ मैनू सौंपिया। समझ मैनू सौंपिया क्या तेरा बंदा।
चौरासी मेदनी सब सेव करंदा, लख चौरासी मेदनी सब सेव करंदा, हरी मित्र सब कीतिया मैं मंगे मंदा। है कहते नानक शाह जिन्हें वो पूरे है अगा गुरु, वो कामल रहबर जग में है वो पूरे जैसे महागुरु। मकसूद मराद मरीद सभी बरलाते हैं दिल ख्वाह गुरु, नित लुत्फ कर्म से करते हैं हम लोगों का निर्वाह गुरु। इस बख्शिश के इस रहमत के इस बख्शिश के इस रहमत के हैं बाबा नानक शाह गुरु। सब सीज का अरदास करो मुख से बोलो सतनाम श्री वाहिगुरु। वाहिगुरु स्वरूप जोत रूप हर आप गुरु नानक कहायो। धन गुरु नानक देव महाराज संसार ते आए गए नहीं, 10 जामे धारण कीते जो तुहा जुगत साए से काया फेर पलटी। काया बदली जामा बदलिया जोत उही रही है। कला वरता दी अपनी अपने सिख नूं अपने वर्गा बना लिया। कुरैशियां दे घरे हजरत मुहम्मद साहब का जन्म होया सी, वो जान दे बैरी बन गए सन। इस्लाम मत दे बानी हजरत मुहम्मद साहब का जन्म भी जे वेख्या जाए तो होर घराना सी, होर धर्म सी। पहला दुनिया नूं एक नवा धर्म दिता। अज हजरत ईसा नूं मनण वालियां दी गिणती बहुत ही है। जिन्ने भी पीर पैगंबर अवतार औलिए संत महात्मा आए, उन्हां दे आउण दा इतिहास भी अज पढ़िया जा रहा ते जानदा, पर गुरु नानक महाराज आए ते गए नहीं।
ਆਪਣੇ ਕੋਲੋਂ ਗੱਲ ਬਣਾਵਾਂ ਤੇ ਕਈ ਗੱਲ ਤੇ ਤਰਕ ਹੋ ਸਕਦੀ ਹੈ, ਸਵਾਲ ਹੋ ਸਕਦਾ ਹੈ, ਕਿੰਤੂ ਹੋ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਬਾਣ ਜਿਹਨੂੰ ਵੱਜ ਜਾਂਦੇ ਨੇ, ਜੇ ਤੇ ਉਹ ਸਹਾਰ ਲੈਂਦਾ ਹੈ ਤੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ। ਬਾਣ ਜਿਹੜੇ ਨੇ ਬੜੇ ਔਖੇ ਦੇ ਸਹਾਰ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਹੀ ਬਚਨ ਨੇ। ਆਪਾਂ ਪੜ੍ਹਦੇ ਹੀ ਆ ਸਾਰੇ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨ ਕੋਇ। ਜੋਤ ਸਰੂਪ ਹੋ ਕੇ ਸਤਿਗੁਰੂ ਮਹਾਰਾਜ ਆਏ ਨੇ, 10 ਜਾਮੇ ਧਾਰਨ ਕੀਤੇ। 10ਵੇਂ ਜਾਮੇ ਵਿੱਚ ਹੁਕਮ ਕਰ ਦਿੱਤਾ ਸਾਨੂੰ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਆਓ ਇੱਕ ਸ਼ਬਦ ਦਾ ਹੁੰਗਾਰਾ ਸਾਰੇ ਮਿਲ ਕੇ, ਕਿਉਂਕਿ ਜ਼ਰੂਰੀ ਹੈ ਤੁਹਾਡੇ ਹੁੰਗਾਰੇ ਵਿੱਚੋਂ ਲੈਕਚਰ ਮਿਲ ਜਾਣਾ, ਕਿਉਂਕਿ ਗੁਰੂ ਤੋਂ ਬਾਅਦ ਦੂਸਰਾ ਦਰਜਾ ਤੁਹਾਡਾ ਸੰਗਤ ਦਾ ਹੀ ਹੈ। ਸੰਗਤ ਨੂੰ ਹੀ ਮਾਣ ਦਿੱਤਾ ਮਹਾਰਾਜ ਨੇ, ਧਰਮ ਦਾ ਰਾਖਵਾਂਕਰਨ ਨਹੀਂ ਹੋਣ ਦਿੱਤਾ। ਜੇ ਧਰਮ ਦਾ ਰਾਖਵਾਂਕਰਨ ਹੋਣਾ ਹੁੰਦਾ ਤੇ ਸੱਤੇ ਬਲਵੰਡ ਵਰਗਿਆਂ ਨੇ, ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ, ਉਹਨਾਂ ਨੇ ਵੀ ਦਾਅਵਾ ਕੀਤਾ ਸੀ ਨਾ ਵੀ ਸਾਡੇ ਤੋਂ ਬਿਨਾਂ ਕੀਰਤਨ ਕਿਵੇਂ ਹੋਵੇਗਾ ਗੁਰੂ ਘਰ 'ਚ। ਮਹਾਰਾਜ ਕਹਿੰਦੇ ਮੇਰੀ ਸੰਗਤ ਕਰੇ। ਸੰਗਤ ਵਿੱਚੋਂ ਰਾਗੀ ਬਣਦੇ, ਸੰਗਤ ਵਿੱਚੋਂ ਹੀ ਢਾਡੀ ਬਣਦੇ, ਸੰਗਤ ਵਿੱਚੋਂ ਕਥਾਵਾਚਕ ਬਣਦੇ, ਸੰਗਤ ਵਿੱਚੋਂ ਸੰਤ ਬਣਦੇ, ਸੰਗਤ ਵਿੱਚੋਂ ਬ੍ਰਹਮ ਗਿਆਨੀ ਬਣਦੇ ਨੇ। ਕਹਿਣ ਦਾ ਮਤਲਬ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਸੰਗਤ ਵਿੱਚ ਹੀ ਹੈ। ਮਿਲ ਕੇ ਹੁੰਗਾਰਾ ਦਿਓ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਓ। ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਨੇ। ਰੱਬ ਨੂੰ ਮਿਲਣਾ ਚਾਹੁੰਦੇ ਨੇ ਜਿਹੜੇ, ਉਹ ਕਿੱਥੇ ਜਾਣ? ਕੀ ਜੋਗੀਆਂ ਮਗਰ? ਨਹੀਂ, ਮਹਾਰਾਜ ਕਹਿੰਦੇ ਲੋੜ ਨਹੀਂ। ਕੀ ਉਹ ਸਿੱਧਾਂ ਦੇ ਮਗਰ ਲੱਗਣ? ਨਹੀਂ। ਕੀ ਉਹ ਸੰਨਿਆਸੀਆਂ ਦੀ ਗੱਲ ਮੰਨਣ? ਨਹੀਂ। ਕੀ ਉਹ ਜੰਗਮਾਂ ਨੂੰ ਆਪਣਾ ਗੁਰੂ ਮੰਨਣ? ਨਹੀਂ। ਕੀ ਉਹ ਬ੍ਰਾਹਮਣ ਨੂੰ ਆਪਣਾ ਧਰਮ ਦਾ ਆਗੂ ਮੰਨ ਲੈਣ? ਨਹੀਂ। ਜਿਹਨੇ ਰੱਬ ਪਾਉਣਾ ਹੈ, ਗੱਲ ਰੱਬ ਪਾਉਣ ਦੀ ਹੈ ਨਾ। ਖੋਜ ਸ਼ਬਦ ਨੇ ਲਿਖਿਆ ਕਲਗੀਧਰ ਪਾਤਸ਼ਾਹ ਨੇ, ਰਹਿਤਨਾਮਿਆਂ ਦੇ ਵਿੱਚ ਹੈ, ਤੇ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ। ਭਾਵੇਂ ਭਾਈ ਦੇਸਾ ਸਿੰਘ ਜੀ ਉਹਨਾਂ ਨੇ ਰਹਿਤਨਾਮਿਆਂ ਦੇ ਵਿੱਚ ਇਹ ਸਤਿਗੁਰੂ ਮਹਾਰਾਜ ਜੀ ਦੇ ਬੋਲਾਂ ਦਾ ਜ਼ਿਕਰ ਕੀਤਾ, ਪੜ੍ਹਦੇ ਹੀ ਆਪਾਂ ਸਾਰੇ। ਹਕੀਕਤ ਇਹ ਹੈ ਕਿ ਸਤਿਗੁਰੂ ਮਹਾਰਾਜ ਨੇ ਉਹਨਾਂ ਜੋਗੀਆਂ ਨੂੰ, ਉਹਨਾਂ ਜੰਗਮਾਂ ਨੂੰ, ਉਹਨਾਂ ਪੰਡਤਾਂ ਨੂੰ, ਉਹਨਾਂ ਸਰੇਵੜਿਆਂ ਨੂੰ, ਰਾਜਿਆਂ ਨੂੰ, ਮਹਾਰਾਜਿਆਂ ਨੂੰ ਦੱਸਿਆ ਧਰਮ ਕੀ ਹੈ। ਇਸ ਕਰਕੇ ਉਹ ਜੋਗੀ ਜਿਹੜੇ ਸਨ, ਭਾਵੇਂ ਕਿ ਜੋਗ ਮਤ ਜਿਹੜਾ ਹੈ ਦੁਨੀਆ ਵਿੱਚ ਬੜਾ ਫੈਲਿਆ, ਪਰ ਉਹ ਜੋਗੀ ਵੀ ਗੁਰੂ ਨਾਨਕ ਦੇ ਮਰੀਦ ਹੋਏ। ਉਹ ਸਿੱਧ ਵੀ ਸਿੱਧੇ ਰਸਤੇ ਤੇ ਆ ਗਏ ਜਦੋਂ ਗੁਰੂ ਨਾਨਕ ਦੀ ਵਿਚਾਰਧਾਰਾ ਬਾਣੀ ਰਾਹੀਂ, ਬਾਣ ਬਾਬੇ ਦੇ ਜਿਹੜੇ ਬਾਣੀ ਦੇ ਮਾਰੇ ਸੀ, ਉਹਨਾਂ ਸਹਾਰੇ ਤੇ ਉਹ ਗੁਰੂ ਮਹਾਰਾਜ ਜੀ ਦੇ ਸਿੱਖ ਹੋ ਗਏ। ਤਮਾਮ ਜੋਗੀ ਜਿਹੜੇ ਨੇ ਉਹ ਭਾਵੇਂ ਉਹਨਾਂ ਵਿੱਚੋਂ ਕੁਝ ਐਸੇ ਹੋਣਗੇ ਜਿਹੜੇ ਅੱਜ ਵੀ ਯੋਗ ਦਾ ਪ੍ਰਭਾਵ ਦੁਨੀਆ ਨੂੰ ਦੇਣ ਵਾਸਤੇ ਯਤਨ ਕਰ ਰਹੇ ਨੇ, ਪਰ ਹਕੀਕਤ ਤੋਂ ਬਹੁਤ ਦੂਰ ਹੈ ਗੱਲ। ਜਿਹੜਾ ਯੋਗ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਦੱਸਿਆ ਨਾ, ਉਹ ਜੋਗੀ ਵੀ ਨਹੀਂ ਦੱਸ ਸਕੇ ਦੁਨੀਆ ਨੂੰ। ਭਾਵੇਂ ਮੁੱਲਾ ਮਲਾਣੇ ਕਾਜੀ ਹਾਜੀ ਬੜੇ ਹੋਏ ਨੇ, ਪਰ ਸਾਰਿਆਂ ਨੇ, ਜਿਨ੍ਹਾਂ ਦੀ ਸਮਝ ਵਿੱਚ ਪਈ ਗੱਲ, ਉਹਨਾਂ ਨੇ ਮੰਨਿਆ ਕਿ ਗੁਰੂ ਨਾਨਕ ਮਹਾਰਾਜ ਰੱਬ ਸਨ। ਪੈਗੰਬਰ ਆਏ, ਅਵਤਾਰ ਆਏ ਤੇ ਚਲੇ ਗਏ, ਪਰ ਮਹਾਰਾਜ ਆਏ ਤੇ ਗਏ ਨਹੀਂ। ਅੱਜ ਕਿਸੇ ਮੰਦਿਰ ਵਿੱਚੋਂ ਸ਼੍ਰੀ ਕ੍ਰਿਸ਼ਨ ਜੀ ਦੇ, ਸ਼੍ਰੀ ਰਾਮ ਜੀ ਦੇ ਦਰਸ਼ਨ ਨਹੀਂ ਹੁੰਦੇ ਜੀ। ਕਾਬੇ ਵਿੱਚੋਂ ਮੁਹੰਮਦ ਸਾਹਿਬ ਨਹੀਂ ਨਜ਼ਰ ਆ ਰਹੇ। ਯਰੂਸ਼ਲਮ ਦੇ ਵਿੱਚ ਪੈਦਾ ਹੋਇਆ ਹਜ਼ਰਤ ਈਸਾ ਨਹੀਂ ਨਜ਼ਰ ਆ ਰਿਹਾ। ਪਰ ਵੇਖਣ ਵਾਲੀ ਅੱਖ ਹੋਵੇ ਸਿੱਖਾ ਤੇਰੀ, ਤੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ 10 ਪਾਤਸ਼ਾਹੀਆਂ ਦੇ ਦਰਸ਼ਨ ਤੇਰੀ ਵੇਖਣ ਵਾਲੀ ਅੱਖ ਹੋਵੇ। ਉਹ ਰੱਬ ਦੇ ਪਿਆਰੇ, ਪਰਮਾਤਮਾ ਵਿੱਚ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ। ਉਹਨਾਂ ਭਗਤਾਂ ਦਾ ਜੀਵਨ ਪੜ੍ਹ ਕੇ ਦੇਖੋ, ਜਿਨ੍ਹਾਂ ਭਗਤਾਂ ਨੇ ਰੱਬ ਨੂੰ ਪਾਇਆ, ਤੇ ਕਹਿੰਦੇ ਤੁਹਾਡੇ ਵਿੱਚ ਤੇ ਹੁਣ ਸਾਡੇ ਵਿੱਚ ਫਰਕ ਕੋਈ ਨਹੀਂ ਰਹਿ ਗਿਆ। ਕਿਤੇ ਵੇਖਣ ਵਾਲੀ ਅੱਖ ਹੋਵੇ ਤੇ ਉਹਨਾਂ ਭਗਤਾਂ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ, ਅੱਜ ਵੀ। ਆਓ ਗੁਰੂ ਕੇ ਪਿਆਰਿਓ, ਜਿੰਨੇ ਵੀ ਤੁਸੀਂ ਜੁੜੇ ਗੁਰ ਕੀ ਬਾਣੀ ਦੇ ਗੁਰੂ ਗ੍ਰੰਥ, ਗੁਰ ਕੀ ਬਾਣੀ ਦੇ ਗੁਰੂ ਗ੍ਰੰਥ ਅੰਦਰ ਹੋ ਦਸਾਂ ਗੁਰੂਆਂ ਦੀ ਭੋਰ ਦੀ ਆਤਮਾ। ਹੋ ਜੇ ਕੋਈ ਅੰਦਰ ਦੀ ਅੱਖ ਦੇ ਨਾਲ ਤੱਕੇ, ਇੱਕ ਸਦੋਏ ਨਾਂ ਦੇ ਵਿੱਚੋਂ ਉਹ ਪਰਮਾਤਮਾ, ਉਹ ਦਿਸਦਾ ਨਾਂ ਦੇ ਵਿੱਚੋਂ ਪਰਮਾਤਮਾ। ਜਪਜੀ ਸਾਹਿਬ ਦੀਆਂ ਇਹ ਜੋ ਪੌੜੀਆਂ ਨੇ,
एक एक शब्द अंदर एक एक तुक अंदर ते भरिया होइया ने बरकतां नाम दिया सुख बनी नो सुखा दी मड़ी समझो कट्टे जड़ा क्रोध ते काम दिया उस बंदे दा समझ लो सफल जीवन ते प्रीता जिस लाइया राम नाम दिया प्रीता जिस लाइया राम नाम दिया हो पौड़ी जावे सचखंड नू सचखंड नू हो पौड़ी जावे सचखंड नू ओ शब्द स्वर्गा दा रस्ता दिखाउंदे लोकां विचों मिले शांति ओ ठंड सीने ने सभईए दे पाउंदे हो पौड़ी जावे सचखंड नू ओ शब्द स्वर्गा दा रस्ता दिखाउंदे लोकां विचों मिले शांति ठंड सीने ने सभईए दे पाउंदे कबीर ते फरीद साहब दी हो जावे टुमदी दिलां नूं कुर्बानी ओ नबियां दिलां नूं ठारी दे मिठी शहद तो गुरु जी तेरी बानी ओ मिठी शहद तो गुरु जी तेरी बानी बाणी के बहुत सतगुरु गुरु ग्रंथ साहब जी की पावन पवित्र हजूरी अंदर जुड़े हो प्रत्यक्ष परमात्मा के दर्शन कर रहे हो आओ इन्हां दर्शन दिदारियां की खुशी विच आपां गुरु कोलों भी खुशी लईए स्टेज की मर्यादा का ख्याल रखदियां होया सारे मिलके फतेह बुलाइए आखिए वाहिगुरू जी का खालसा वाहिगुरू जी की फतेह धन गुरु नानक देव महाराज ने सिमरन दिता सानू उस सिमरन की थम्मी थले सिੱਖੀ का महाल उसरना शुरू हो गया धन गुरु अंगद देव महाराज जी का समा आया ये तुसी सारे जानते हो कि भावें रोज गिनती 20,000 सी धर्मशाला विच संगत की जुड़न की गिनती जिहड़ी है पर उस 20,000 दे विचों भाई लहणा जी एक सन जेड़े जो गुरु महाराज कह रहे सी उन्हां नूं कमा रहे सन सुनियो गल हुण जो गुरु ने कहा उन्होंने कमाया जी भावें 20,000 रोज जुड़ते सन पर भाई लहणा जी ऐसे सन जिन्हों ने एक दिन की एक पल भी नहीं गवाया कि जदों सतगुरु गुरु नानक देव महाराज अद्धी वक्त रात भी किते आवाज मारते अद्धी रात नूं ते भाई लहणा जी हाजिर हो सन सिदक की गल कर लगा है सिदक की थम्मी सिੱਖੀ महाल थले गुरु अंगद देव महाराज ने दी सिमरन का थम गुरु नानक महाराज दे गए फिर सिदक की थम्मी गुरु अंगद देव महाराज ने बख्शिश की थी सिੱਖੀ महाल थले तीसरे पातशाह ने फिर समा आया उन्होंने सेवा की थम्मी खड़ी कर दी चौथे पातशाह का समा आया गुरु हुक्म तो आपा कुर्बान किवें करना है उन्होंने सानू ये जुगती दस दी धन धन अज कहने आप धन धन रामदास गुर बाणी के बचन है जिन सिरिया तिने सवारिया पूरी हुई करामात आप सिरजनहारे तारिया इत्थे स्टेज से कोई गुरु का प्यारा रागी सिंह कीर्तन करने वाला होवे जो सचखंड श्री दरबार साहिब का हजूरी रागी है सचखंड श्री हरमंदर साहिब का ते सब तो पहला वो शब्द जिहड़ा धन गुरु रामदास महाराज जी की बाणी का पढ़े मैं एक ढाडी हाँ मैं गुरु हरगोबिंद महाराज जी के इतिहास तो शुरू करनी है गल तीन दीवान ने पीरी ते मीरी कट्ठियां भगती ते शक्ति का जोड़ है जिक्र कर रहा सी सिमरन की थम्मी गुरु नानक देव सिदक की थम्मी गुरु अंगद देव महाराज बख्शिश कर गए सेवा की थम्मी गुरु अमरदास महाराज गुरु रामदास महाराज ने फिर उन्होंने घर दे विच जिहड़ी गल सी दोएता बाणी का बोएता गुरु अमरदास महाराज जी के बचन सत होए धन गुरु रामदास महाराज जी के तीन पुत्र है पिरथी चंद वड्डे ने उन्हां तो छोटे महादेव है ते सब तो छोटे गुरु अर्जन साहब महाराज ने जिन्हों ने शहादत की थम्मी दे के सिੱਖੀ महाल नूं डोलण तो बचा
ਹਕੀਕਤ ਇਹ ਹੈ ਕਿ ਦੁਨੀਆ ਤੇ ਸ਼ਹੀਦ ਹੋਏ ਸ਼ੁਕਰਾਤ ਵਰਗੇ, ਕਈ ਵਾਰ ਮੈਂ ਜ਼ਿਕਰ ਕੀਤਾ ਹੈ ਸ਼ੁਕਰਾਤ ਦਾ। ਮੈਂ ਜਾ ਕੇ ਆਇਆ ਹਾਂ ਗਰੀਸ, ਕਿਤੇ ਕਿਤੇ ਗਰਜਾ ਸਾਹਿਬ ਬੁੱਤ ਮਿਲਦੇ ਨੇ ਉਹਦੇ। ਸ਼ੁਕਰਾਤ ਦੇ ਗਰੀਸ ਜਾਓ ਨਾ, ਕਿਤੇ ਸਮਾਂ ਬਣੇ, ਕਿਤੇ ਕਿਤੇ ਨੇ, ਬਹੁਤੇ ਨਹੀਂ। ਸ਼ੁਕਰਾਤ ਅਸਲ ਵਿੱਚ ਬੁੱਤ ਪ੍ਰਸਤੀ ਦੇ ਤੇ ਖਿਲਾਫ ਸੀ। ਉਹ ਬੜਾ ਦਾਰਸ਼ਨਿਕ ਖਿਆਲਾਂ ਦਾ ਬੰਦਾ ਸੀ ਸ਼ੁਕਰਾਤ। ਕੱਲਾ ਹੀ ਟਕਰਾ ਗਿਆ ਉਹਨਾਂ ਲੋਕਾਂ ਨਾਲ ਜਿਹੜੇ ਲੋਕ ਰੌਲਾ ਪਾ ਰਹੇ ਸੀ ਵੀ ਇਹਦੇ ਪ੍ਰਚਾਰ ਤੋਂ ਸਾਡੇ ਧਰਮ ਨੂੰ ਖਤਰਾ ਹੈ। ਹਾਕਮ ਨੇ ਉਹਨਾਂ ਦੀ ਮੰਨਣੀ ਸੀ ਜਿਨ੍ਹਾਂ ਦੀ ਗਿਣਤੀ ਬਹੁਤੀ ਹੈ। ਕੱਲਾ ਕੀ ਕਰਦਾ ਵਿਚਾਰਾ, ਪਰ ਆਪਣੇ ਵਿਚਾਰਾਂ ਤੇ ਅਟਲ ਰਿਹਾ। ਆਪਣੇ ਵਿਚਾਰਾਂ ਤੇ ਕੀ ਸੱਚ ਲਈ ਦੁਨੀਆ ਦਾ ਪਹਿਲਾ ਸੀ ਸ਼ਹੀਦ ਸ਼ੁਕਰਾਤ, ਜਿਹੜਾ ਯੂਨਾਨ ਵਿੱਚ ਪੈਦਾ ਹੋਇਆ। ਕਹਾਣੀ ਬਥੇਰੀ ਲੰਮੀ ਹੈ, ਆਪਾਂ ਅੱਗੇ ਚੱਲਣਾ। 367 ਸਾਲ ਸ਼ੁਕਰਾਤ ਦੇ ਜਾਣ ਤੋਂ ਬਾਅਦ, 367 ਸਾਲ ਬਾਅਦ ਦੁਨੀਆ ਦਾ ਦੂਜਾ ਸ਼ਹੀਦ ਕਹਿੰਦੇ ਹਜ਼ਰਤ ਈਸਾ ਹੋਇਆ, ਜਿਹਨੂੰ ਸਲੀਬ ਤੇ ਚਾੜ ਕੇ ਮਾਰਿਆ ਗਿਆ। 30 ਸਾਲ ਤੱਕ ਤੇ ਕੋਈ ਇਲਮ ਨਹੀਂ ਸੀ। 3 ਸਾਲਾਂ ਵਿੱਚ ਉਹਨੇ ਰੱਬ ਨੂੰ ਪਾ ਲਿਆ। ਇਹ ਕਹਿਣ ਲੱਗ ਪਿਆ ਕਿ ਮੈਂ ਰੱਬ ਦਾ ਪੁੱਤ ਹਾਂ। ਬਾਈਬਲ ਦੀ ਕੋਈ ਇੱਕ ਪੰਕਤੀ ਜਿਹੜੀ ਇਹ ਗੱਲ ਨਹੀਂ ਸਿੱਧ ਕਰ ਸਕਦੀ ਕਿ ਹਜ਼ਰਤ ਈਸਾ ਨੇ ਕਿਤੇ ਆਪਣੇ ਆਪ ਨੂੰ ਰੱਬ ਕਿਹਾ ਹੋਵੇ। ਕਹਿੰਦਾ ਸਨ ਆਫ ਗੋਡ ਅੱਜ ਮੰਨਦੇ ਨੇ। ਦੁਨੀਆ ਦਾ ਤੀਜਾ ਸ਼ਹੀਦ ਜਿਹੜਾ ਹੈ, ਆਪ ਮਿਲ ਗਿਆ ਸ਼ਹੀਦ ਦਾ। ਦੁਨੀਆ ਦਾ ਚੌਥਾ ਸ਼ਹੀਦ ਜਿਹੜਾ ਹੈ ਉਹ ਈਰਾਨ ਦੇ ਵਿੱਚ ਪੈਦਾ ਹੋਇਆ। ਅਨਲ ਹੱਕ ਦਾ ਨਾਰਾ ਲਾਇਆ। ਅਰਥ ਇਹਦਾ ਇਹ ਹੈ ਕਿ ਮੈਂ ਖੁਦਾ। ਬੰਦਾ ਖੁਦਾ ਹੀ ਹੈ। ਜੇ ਬੰਦਾ ਸਮਝੇ ਤੇ ਖੁਦਾ ਹੈ, ਪਰ ਜੇ ਨਾ ਸਮਝੇ ਤੇ ਫਿਰ ਇਹ ਇਨਸਾਨ ਵੀ ਨਹੀਂ, ਬੰਦਾ ਵੀ ਨਹੀਂ, ਹੈ ਖੁਦਾ ਹੀ। ਚਲੋ ਖੈਰ, ਅਨਲ ਹੱਕ ਦਾ ਨਾਰਾ ਲਾਇਆ। ਈਰਾਨ ਦੇ ਵਿੱਚ ਪੈਦਾ ਹੋਇਆ ਸੀ, ਪ੍ਰਚਾਰ ਕਰਨ ਲਈ ਤੁਰਿਆ। ਬਗਦਾਦ ਵਿੱਚ ਜਦੋਂ ਆਇਆ, ਜਿੱਥੇ ਗੁਰੂ ਨਾਨਕ ਮਹਾਰਾਜ ਨੂੰ ਸੰਗਸਾਰ ਕਰਨ ਦਾ ਹੁਕਮ ਖਲੀਫੇ ਨੇ ਦਿੱਤਾ ਸੀ ਨਾ, ਖਿਲਾਫਤ ਦਾ ਤਖਤ ਜਿਹੜਾ ਹੈ ਉਹ ਬਗਦਾਦ ਦੇ ਵਿੱਚ ਹੈ। ਖਲੀਫੇ ਦਾ ਹੁਕਮ ਹੈ। ਪੀਰ ਦਸਤਗੀਰ ਵਰਗੇ ਵੀ ਅਧੀਨ ਹੋ ਗਏ। ਭਾਵੇਂ ਕਿ ਪੀਰ ਦਸਤਗੀਰ ਜਿਹੜਾ ਹੈ ਏਡੀ ਕਰਾਮਾਤ ਰੱਖਣ ਵਾਲਾ ਸੀ। ਕਹਿੰਦੇ ਇੱਕ ਤੁਸੀਂ ਆਮ ਕਹਾਣੀ ਸੁਣੀ ਹੋਣੀ ਹੈ ਵੀ 12 ਸਾਲਾਂ ਬਾਅਦ ਤੇ ਰੂੜੀ ਦੀ ਵੀ ਸੁਣੀ ਜਾਂਦੀ ਹੈ। ਅਸਲ ਵਿੱਚ ਰੂੜੀ ਇੱਕ ਔਰਤ ਸੀ ਜਿਹੜੀ ਇਹਦੇ ਡੇਰੇ ਤੇ ਆ ਕੇ, ਅਬਦੁਲ ਕਾਦਰੀ ਦੇ ਡੇਰੇ ਤੇ ਆ ਕੇ ਝਾੜੂ ਸੇਵਾ ਕਰਿਆ ਕਰਦੀ ਸੀ। ਉਹਦਾ ਪਤੀ ਜਿਹੜਾ ਮਾਰਿਆ ਗਿਆ, ਇੱਕ ਪੁੱਤ ਸੀ, ਉਹਨੂੰ ਪਾਲਿਆ, ਉਹਨੂੰ ਜਵਾਨ ਕੀਤਾ, ਉਹਨੂੰ ਵਿਆਹਿਆ। 2 ਦਰਿਆਵਾਂ ਦਾ ਸੰਗਮ ਪੈਂਦਾ ਹੈ ਬਗਦਾਦ ਦੇ ਵਿੱਚ, ਦਜਲਾ ਤੇ ਫਰਾਤ। ਇਹਨਾਂ ਦੇ ਵਿਚਕਾਰ ਕਹਿੰਦੇ ਇੱਕ ਦਿਨ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਉਹ ਸੈਰ ਕਰਨ ਵਾਸਤੇ ਗਿਆ ਤੇ ਬੇੜੀ ਡੁੱਬ ਗਈ, ਨਾਲ ਆਪ ਵੀ ਦੋਵੇਂ ਜਣੇ ਡੁੱਬ ਗਏ। ਉਸ ਔਰਤ ਜਿਹਨੇ ਸੇਵਾ ਕੀਤੀ ਸੀ, ਉਹਨੇ ਕਦੇ ਮੰਗਿਆ ਕੁਝ ਨਹੀਂ ਸੀ। ਇੱਕ ਦਿਨ ਉਹਨੇ ਆਵਾਜ਼ ਮਾਰ ਲਈ ਅਬਦੁਲ ਕਾਦਰੀ ਨੇ। ਉਹ ਕਹਿੰਦਾ ਬੀਬਾ ਮਾਤਾ ਤੂੰ ਕਿੰਨੇ ਸਾਲ ਹੋ ਗਏ, ਤੂੰ ਕੋਈ ਨਾਗਾ ਨਹੀਂ ਪਾਇਆ ਨੇਮ ਨਾਲ, ਤੂੰ ਇੱਥੇ ਸੇਵਾ ਕਰਦੀ ਰਹੀ ਹੈ ਤੇ ਮੰਗਿਆ ਕੁਝ ਵੀ ਨਹੀਂ। ਸਾਡੀ ਸੇਵਾ ਤੇ ਹੁੰਦੀ ਹੀ ਨਹੀਂ ਤੇ ਮੰਗਦੇ ਅਸੀਂ ਬਹੁਤਾ ਕੁਝ। ਉਹ ਕਹਿੰਦੀ ਵੀ ਜਿਹੜੀ ਮੇਰੀ ਮੰਗ ਹੈ ਉਹ ਤੇਰੇ ਕੋਲੋਂ ਪੂਰੀ ਨਹੀਂ ਹੋਣੀ। ਮੰਗਣਾ ਤੇ ਉਹਦੇ ਕੋਲ ਚਾਹੀਦਾ ਨਾ ਜਿੱਥੋਂ ਮੰਗ ਪੂਰੀ ਹੋ ਜਾਏ, ਜਿੱਥੋਂ ਲੋੜ ਪੂਰੀ ਹੋ ਜਾਏ। ਅਸੀਂ ਵੀ ਉਹਨਾਂ ਲੋਕਾਂ ਦੇ ਮਗਰ ਜਾਂਦੇ ਆ ਵੀ ਲੋੜ ਪੂਰੀ ਉਹਨਾਂ ਦੀ ਤੇ ਆਪਣੀ ਨਹੀਂ ਹੁੰਦੀ ਤੇ ਉਹ ਸਾਡੀ ਲੋੜ ਕਿੱਥੋਂ ਪੂਰੀ ਕਰਦੇ ਨੇ ਜੀ। ਅਸੀਂ ਉਹਨਾਂ ਕੋਲੋਂ ਮੰਗਦੇ ਫਿਰਦੇ ਆ ਜਿਹੜੇ ਆਪ ਮੰਗਦੇ ਫਿਰਦੇ। ਇਹ ਦਾਤਾ ਹੈ, ਇਹ ਦੁਨੀਆ ਦਾ ਦਾਤਾ ਹੈ। ਦਾਤਾ ਇੱਕ ਹੈ ਸਭ ਕੋ ਦੇ, ਜਿਹੜਾ ਸਾਰਿਆਂ ਨੂੰ ਦੇ ਰਿਹਾ। ਦੇਂਦਾ ਟੋਟ ਨਾ ਵੀ ਅਗੰਤ ਭਰੇ ਭੰਡਾਰ। ਅਗੰਤ ਦਾ ਅਰਥ ਹੈ ਜਿਹਦੀ ਗਿਣਤੀ ਨਹੀਂ ਹੋ ਸਕਦੀ। ਭੰਡਾਰ ਭਰੇ ਹੋਏ ਨੇ। ਫਿਰ ਵੀ ਅਸੀਂ ਇੱਥੇ ਆ ਕੇ ਕਈ ਵਾਰੀ ਦਾਨੀ ਬਣ ਜਾਂਦੇ। ਮੈਨੂੰ ਖਿਮਾ ਕਰ, ਨਹੀਂ, ਦਾਨੀ ਬਾਹਰ ਹੋ ਸਕਦੇ ਹੋ, ਸਿੱਖ ਹੋ ਸਕਦਾ ਦਾਨੀ, ਪਰ ਇੱਥੇ ਤੇ ਮੰਗਤਾ ਹੀ ਹੈ। ਗੁਰੂ ਦੀ ਹਜ਼ੂਰੀ ਵਿੱਚ ਸਿੱਖ ਮੰਗਤਾ ਹੀ ਹੈ, ਬਾਹਰ ਬਾਦਸ਼ਾਹ। ਉਹ ਕਹਿੰਦੀ ਮੇਰੀ ਜਿਹੜੀ ਮੰਗ ਹੈ ਉਹ ਤੇਰੇ ਕੋਲੋਂ ਪੂਰੀ ਨਹੀਂ ਹੋਣੀ। ਜਾ ਕਹਿੰਦਾ ਮੈਂ ਤੈਨੂੰ ਬਚਨ ਦੇ ਦਿੱਤਾ ਜਿੰਨੀ ਮੇਰੀ ਇਬਾਦਤ ਹੈ, ਮੈਂ ਉਹ ਇਬਾਦਤ ਦੀ ਸ਼ਾਦੀ ਦੇ ਨਾਲ ਇਹ ਗੱਲ ਕਰ ਰਿਹਾ ਹਾਂ ਕਿ ਜਿੰਨੀ ਮੇਰੀ ਬੰਦਗੀ ਮੈਂ ਤੈਨੂੰ ਦੇ ਸਕਦਾ ਤੂੰ ਮੰਗ ਲੈ। ਉਹਨੇ ਕਿਹਾ ਫਿਰ ਇਹ ਕਰ। 12 ਸਾਲ ਹੋ ਗਏ, ਮੇਰਾ 9 ਪੁੱਤ ਦਜਲਾ ਦਰਿਆ ਦੇ ਵਿੱਚ ਡੁੱਬ ਕੇ ਮਰ ਗਏ, ਉਹਨਾਂ ਨੂੰ ਜਿਉਂਦੇ ਕੱਢ ਦੇ। ਪੀਰ ਦਸਤਗੀਰ ਜਿਹੜਾ ਹੈ ਕਹਿੰਦੇ ਫਰਿਸ਼ਤਿਆਂ ਦੇ ਰਾਹੀਂ ਰੱਬ ਨਾਲ ਮੁਲਾਕਾਤ ਕਰਦਾ ਹੈ ਤੇ ਬਚਨ ਲੈ ਆਉਂਦਾ। ਕਹਾਣੀ ਲੰਮੀ, ਮੈਂ ਥੋੜੇ ਸ਼ਬਦਾਂ 'ਚ ਸੁਣਾ ਦਿਆਂ। ਰੱਬ ਨੇ ਕਿਹਾ ਜਾ ਜਿਹੜੀ ਤੂੰ ਭਗਤੀ ਕੀਤੀ ਹੈ
वचन दे दिता, दरिया कोल कंढे बह के अपना हाथ दरिया के पानी में पाई, जो कहेगा हो जाएगा। आ गया बीबी नूं नाल लैके, रौला पाता बीबी ने, रूड़ी ने, लोग इकट्ठे हो गए। उस रूड़ी बीबी ने दरिया के कोल खलोत्या होया पीर दस्तगीर के चेहरे वाल वेख्या, बड़ा जलाल सी। उन्हें अपना हाथ पाया पानी दे विच ते 12 साल बाद कहंदे ओहदे नौ पुत नूं जिउंदा कढ दिता बाहर। ऐसे पीर भी गुरु नानक दे महाराज जी दे मरीद होए ने, दस्तगीर वर्गे। एडी वड्डी करामात रखण वाले पीर भी मरीद होए गुरु नानक महाराज जी दे। खलीफे की गल चल रही सी, पीर दस्तगीर दे नाल ओदी एक मुलाकात हुई, जिहदे विच उन्हां ने कहा, दस्तगीर ते इस गल ते जोर दिंदा रहा, कोई वली अल्लाह आया उहदे चरनां ते डिग जाना चाहिए, पर कहंदे खलीफे दा हुक्म सी इनू संगसार कर दिओ। पत्थर लैके लोग आ रहे सन, बाबे ने बोलिया 7 करतार ते पत्थर दे बुत बन गए। वास्ता पाके पीर दस्तगीर ने कहा सी, बाबा कहर दी निशानी ना छड्ड के जा, तू वली अल्लाह है, तू ते जिंदगी देण वाला है, तू इन्हां नूं मौत दे गया, तेरी पीरी नूं लाज लगेगी, लोग की कहणगे। अज जे बगदाद दे विच कुछ लोग जिंदगी मार रहे ते गुरु नानक महाराज जी की बख्शी है, नहीं ते सारा शहर ते बुत रूप हो गया, निर्जिंद हो गए सन लोग। ऐसे ऐसे वली पीर जेड़े गुरु नानक दे महाराज जी दे मरीद होए, उस धरती तो ईरान तो आया बगदाद दे विच सूली ते चाड़ के मार दिता अनल हक कहण वाला दुनिया का चौथा शहीद मंसूर। इधर गुरु अर्जन साहब महाराज भारत विच पहले ने, सरताजे शहीदां ने ते दुनिया के 5वें शहीद। ये गल कहंदे ने जहांगीर, एक शुकरात नहीं, एक ईसा, एक मंसूर हुसैन नहीं, मेरी कौम दे एक शहीद होणगे कि मैं शहीदां दे हुण गंज खड़े कर। हो दुनिया एक मंसूर ते मान करदी, अते पंथ मंसूरा दा पलदा, ओ साडे बच्चे भी खल जुहा सकदे, एक आदा मान तबरेज दी खलदा। ओ सिंह पिछों दसवें शिदा सजदाए, ओ सिंह पिछों दसवें शिदा सजदाए। पहला सीस नजराने बिच खलदा, उस बाग विच कम की पत चढ़ांदा, जिथे खालसे दास को चलदा, जिथे खालसे दास को चलदा। फिर था खून शहीदां दा नहीं जाता, ते जिथे डुलदा जुग पलटा देवे, ए खून बरूद दी छिड़क बन के, ते सीने जज्बियां दे फंबड़ ला देवे। किधरे चढ़े तूफाना, किधरे चढ़े तूफाना नु शांत करदा, किधरे एक उछाल लिया देवे, एक खून मनुख दा लई टीका, ते मोइयां कौमां विच जिंदगी पा देवे, मोइयां कौमां विच जिंदगी पा देवे। सर कटा के शहीद किया, यज़ल की नींद सो गया। अरे नहीं नहीं, वो अपने खून को यहीं कहीं सो गया। आस पास देख, जलवाए शफात है, शहीद की जो मौत है बकौम की हयात है। हयात तो हयात, यहाँ मौत भी हयात है। जग ढुलदा खून शहीदां दा, तकदीर बदल
तस्वीर बदलदी कौमां दी मेरी कौम शहीदां दी फुलवाड़ी सदा गीत शहीदां दे काम दिए कर कर याद शहीदां दे कारनामे मोइयां कौमां विच जिंदगी आमदी है ते मोइयां कौमां विच जिंदगी आमदी है। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੁਰਬਾਨੀ ਦਾ ਇਹੋ ਜਿਹਾ ਬੀਜ ਬੀਜਿਆ, ਇੱਕ ਦਿਨ ਆਇਆ ਉਹ ਰੁੱਖ ਬਣਿਆ। ਕਿਹਾ ਸੀ ਨਾ ਸਾਈ ਮੀਆਂ ਮੀਰ ਨੂੰ, ਸਾਈ ਮੀਆਂ ਮੀਰ ਤੇਰੇ ਸ਼ਹਿਰ ਆਏ ਆ, ਕੁਰਬਾਨੀ ਦਾ ਬੀਜ ਬੀਜਣ ਲੱਗੇ ਆ, ਦੇਖੀ ਇੱਕ ਦਿਨ ਆਵਾ ਸਮਾਂ ਇਹਨੇ ਰੁੱਖ ਬਣ ਜਾਣਾ। ਆਪਣੇ ਤੋਂ ਬਿਨਾ ਆਪਣੇ ਘਰ ਦੇ 5 ਜੀਆਂ ਦਾ ਖੂਨ ਇਸ ਬੂਟੇ ਦੀਆਂ ਜੜ੍ਹਾਂ 'ਚ ਪਾ ਕੇ ਇਹਨੂੰ ਇੰਨਾ ਪ੍ਰਫੁੱਲਤ ਕਰ ਦਿਆਂਗਾ ਕਿ ਰਹਿੰਦੀ ਦੁਨੀਆ ਤੱਕ ਇਸ ਬੂਟੇ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸਦੇ ਖਿਲਰ ਜਾਣਗੇ ਉਸ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਮੈਂ ਕੁੱਠੂ ਚਮਕੌਰ ਦੀ ਜੂ ਸਾਰੀ ਓਏ ਟੁੱਟੇ 2 ਫੁੱਲ ਜਦੋਂ ਬਹਾਰ ਅੰਦਰ ਅੱਧ ਖਿੜੇ ਟਾਣੀਆਂ ਤੋੜ ਕੇ ਤੇ ਚਣਵਾਏਗਾ ਕੋਈ ਦੀਵਾਰ ਬਣੀ ਰਹੇਗੀ ਸਦਾ ਬਹਾਰ ਇਸ ਤੇ ਲਾਗੇ ਖਿਜਾ ਨੇ ਇਸ ਤੇ ਟੁਕਣਾ ਨਹੀਂ, ਰਹਿੰਦੀ ਦੁਨੀਆ ਤੱਕ ਇਸ ਬੂਟੇ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। 30 ਮਈ 1606 ਨੂੰ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। 11 ਸਾਲ ਦੀ ਉਮਰ ਹੈ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ। ਜਿੱਥੇ ਅੱਜ ਅਕਾਲ ਤਖਤ ਸਾਹਿਬ ਹੈ ਉਦੋਂ ਨਹੀਂ ਸੀ, ਉਦੋਂ ਅਜੇ ਕੋਠਾ ਸਾਹਿਬ ਸੀ। ਸੁਨੇਹਾ ਪਹੁੰਚ ਗਿਆ, ਸਿੱਖ ਆ ਗਏ, ਉਦਾਸੀ ਸੀ, ਗਮ ਸੀ, ਸਾਰਾ ਕੁਝ ਸੁਣਾਇਆ ਗਿਆ। ਕਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਸੀਹੇ ਦਿੱਤੇ ਗਏ, ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਕੌਮ ਦੇ ਅੰਦਰ ਇੱਕ ਡਰ ਪੈਦਾ ਹੁੰਦਾ, ਇੱਕ ਖੌਫ ਪੈਦਾ ਹੁੰਦਾ, ਜਿਹੜਾ ਸ਼ੁਕਰਾਤ ਤੋਂ ਬਾਅਦ ਪੈਦਾ ਹੋਇਆ ਸੀ, ਜਿਹੜਾ ਈਸਾ ਤੋਂ ਬਾਅਦ ਪੈਦਾ ਹੋਇਆ ਸੀ, ਜਿਹੜਾ ਹੁਸੈਨ ਤੋਂ ਬਾਅਦ ਪੈਦਾ ਹੋਇਆ ਸੀ, ਜਿਹੜਾ ਮਨਸੂਰ ਤੋਂ ਬਾਅਦ ਪੈਦਾ ਹੋਇਆ ਸੀ। ਪਰ ਉਸ ਡਰ ਨੂੰ ਗੁਰੂ ਹਰਗੋਬਿੰਦ ਮਹਾਰਾਜ ਨੇ ਵੀਰ ਰਸ ਵਿੱਚ ਬਦਲ ਦਿੱਤਾ ਤੇ ਸਿੱਖ ਜ਼ਬਰ ਦੇ ਖਿਲਾਫ ਉੱਠ ਖੜੋਏ, ਸਿੱਖ ਜ਼ੁਲਮ ਦੇ ਖਿਲਾਫ ਸੀਨੇ ਤਾਣ ਗਏ। 11 ਸਾਲ ਦੀ ਉਮਰ ਹੈ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ। ਹੁਣ ਗੁਰਤਾ ਗੱਦੀ ਭਾਵੇਂ ਜ਼ਿੰਮੇਵਾਰੀਆਂ ਸਾਰੀਆਂ ਦੇ ਕੇ ਗਏ ਸਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਆਪਣਾ ਹਰਗੋਬਿੰਦ ਮਹਾਰਾਜ ਨੂੰ, ਪਰ ਇਹ ਮੰਨਿਆ ਜਾਂਦਾ ਹੈ ਕਿ 2 ਤੇਗਾਂ ਕਿਵੇਂ ਪਹਿਨਾਈਆਂ, ਸੀਸ ਤੇ ਦੋਹਰੀ ਦਸਤਾਰ ਕਿਵੇਂ ਸਜਾਈ, ਮੱਥੇ ਤੇ ਹੀਰਿਆ ਜਿਹੜੀ ਕਲਗੀ ਕਿਵੇਂ ਲਾਈ ਤੇ ਕਿਹਨੇ ਲਾਈ। ਉਹ ਯੁੱਗ ਪੁਰਸ਼ ਗੁਰਬਾਣੀ ਯੁੱਗ ਤੇ ਕੁਰਬਾਨੀ ਯੁੱਗ ਵੇਖਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੂੰ ਦੇ ਕੇ ਗਏ ਸੀ ਨਿਭਾ ਰਹੇ ਨੇ, ਉਹਨਾਂ ਦਾ ਜ਼ਿਕਰ ਢਾਡੀ ਜੱਥਾ ਇਹਨਾਂ ਸ਼ਬਦਾਂ ਦੇ ਵਿੱਚ ਹੈ।
ਸਮਝਾਉਣ ਇਹ ਤਾਂ ਸੰਗਤਾਂ ਨੂੰ ਲੱਗੇ ਸਮਝਾਉਣ ਸੁਣ ਵੇਖ ਕੇ ਮਸੰਦ ਬੜਾ ਤਪਦੇ, ਸੁਣ ਵੇਖ ਕੇ ਮਸੰਦ ਬੜਾ ਤਪਦੇ। ਜਾਣ ਪੁੱਛ ਕੇ ਲੱਗੇ ਸ਼ੋਰ ਮਚਾਉਣਿਆ ਜਾਣ ਪੁੱਛ ਕੇ ਜਾਣ ਪੁੱਛ ਕੇ ਜਾਣ ਪੁੱਛ ਕੇ ਜਾਣ ਪੁੱਛ ਕੇ ਜਾਣ ਪੁੱਛ ਲਗੇ ਸ਼ੋਰ ਮਚਾਉਣ ਜਾਣ ਪੁੱਛ ਲਗੇ ਸ਼ੋਰ ਮਚਾਉਣਿਆ ਕਹਿੰਦੇ ਲੋੜ ਕੀ ਏ ਸੰਤ ਨੂੰ ਸਿਪਾਹੀ ਦੀ, ਕਹਿੰਦੇ ਲੋੜ ਕੀ ਏ ਸੰਤ ਨੂੰ ਸਿਪਾਹੀ ਦੀ। ਕਦੀ ਦਸਦਾ ਕਦੀ ਦੇਖ ਕਦੋਂ ਲਗੇ ਬਦਲਾਉਣ ਕਦੀ ਦੇਖ ਕਦੋਂ ਲਗੇ ਬਦਲਾਉਣ ਸਿੱਖ ਸੋਚਦੇ, ਸਿੱਖ ਸੋਚਦੇ ਅਨੋਖੀ ਰੀਤ ਸਗਰਾ ਬਾਬਾ ਬੁੱਢਾ ਲਗੇ ਸ਼ੰਕੇ ਮਿਟਾਉਣਾ, ਬਾਬਾ ਬੁੱਢਾ ਲਗੇ ਸ਼ੰਕੇ ਮਿਟਾਉਣਾ। ਸਿੱਖ ਸੋਚਦੇ ਅਨੋਖੀ ਰੀਤ ਸਗਰਾ, ਸਿੱਖ ਸੋਚਦੇ ਅਨੋਖੀ ਰੀਤ ਸਗਰਾ। ਬਾਬਾ ਬੁੱਢਾ ਲਗੇ ਸ਼ੰਕ ਮਿਟਾਉਣਿਆ ਬਾਬਾ ਬੁੱਢਾ ਲਗੇ ਬਾਬਾ ਬੁੱਢਾ ਲਗੇ ਬਾਬਾ ਬੁੱਢਾ ਲਗੇ ਸ਼ੰਕ ਮਿਟਾਉਣ ਬਾਬਾ ਬੁੱਢਾ ਲਗੇ ਸ਼ੰਕ ਮਿਟਾਉਣ ਬਾਬਾ ਬੁੱਢਾ ਲਗੇ ਸ਼ੰਕ ਆਓ ਗੁਰੂ ਚਰਨਾਂ ਤੋਂ ਬਖਸ਼ਿਸ਼ ਲਈਏ, ਸਾਰੇ ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਬਚਨ ਦਿੱਤੇ ਸਨ, ਕਹਿੰਦੇ ਮੈਂ ਤੇਰੇ ਤੋਂ ਓਹਲੇ ਕਦੇ ਨਹੀਂ। ਬੜਾ ਵੱਡਾ ਇਤਿਹਾਸ ਹੈ, ਜਦੋਂ ਮੈਂ ਪੜ੍ਹਿਆ ਨਾ ਤੇ ਮਿਲਿਆ ਇਤਿਹਾਸ ਵਿੱਚੋਂ ਤਾਂ ਇੱਥੋਂ ਓਹਲੇ ਕਦੇ ਨਾ ਹੋਸਾਂ। ਗੁਰੂ ਨਾਨਕ ਮਹਾਰਾਜ ਕਹਿੰਦੇ ਗੁਰੂ ਜੋਤ ਜਿਹੜੀ ਤੁਹਾਡੇ ਤੋਂ ਕਦੇ ਵੀ ਓਹਲੇ ਨਹੀਂ ਹੋਵੇਗੀ। ਪ੍ਰਤੱਖ ਪ੍ਰਗਟ ਇਤਿਹਾਸ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਨਾਨਕ ਮਹਾਰਾਜ ਨੇ ਸਰੀਰ ਦਾ ਚੋਲਾ ਛੱਡਣ ਤੋਂ ਪਹਿਲਾਂ ਭੇਜਤਾ ਸੀ ਵੀ ਜਾਓ ਖਡੂਰ ਸਾਹਿਬ ਚਲੇ ਜਾਓ। ਇੱਕ ਤੇ ਪੁੱਤਾਂ ਦੀ ਈਰਖਾ ਸੀ, ਬਾਬੇ ਸ਼੍ਰੀ ਚੰਦ ਦੀ ਰੋਸ ਸੀ ਕਿ ਗੁਰਤਾ ਗੱਦੀ ਸਾਨੂੰ ਕਿਉਂ ਨਹੀਂ ਮਿਲੀ। ਇਹ ਦਾਵਾ ਸੀ ਨਾ, ਬਾਬੇ ਨਾਨਕ ਦੀ ਗੱਦੀ ਦਾਅਵਿਆਂ ਵਾਲੀ ਨਹੀਂ, ਇਹ ਤੇ ਸੇਵਾ ਸੀ। ਇਹ ਤੇ ਪ੍ਰਮਾਤਮਾ ਵੱਲੋਂ ਹੁੰਦੀ ਤੇ ਉਹਨੂੰ ਹੀ ਤਾਰੀ ਜਾਣੀ ਹੈ ਜਿਹਦਾ ਹੱਕ ਬਣਦਾ ਹੈ ਸੇਵਾ, ਸਿਮਰਨ, ਸਿਦਕ, ਜਿਹਨੇ ਸਭ ਕੁਝ ਨਿਭਾਇਆ ਹੋ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਚਲੇ ਗਏ ਵੀ ਬਚਨ ਕਰ ਦਿੱਤੇ ਵੀ ਤੁਸੀਂ ਮਾਤਾ ਬਿਰਾਈ ਨੂੰ ਅਸੀਂ ਬਚਨ ਦਿੱਤਾ ਸੀ ਆਵਾਂਗੇ ਕਈ ਸਾਲ ਟਿਕੇ ਰਵਾਂਗੇ ਤੇਰੇ ਕੋਲ। ਜਿਵੇਂ ਭਾਈ ਮੇਰੇ ਨੂੰ ਗੁਰੂ ਹਰਗੋਬਿੰਦ ਮਹਾਰਾਜ ਨੇ ਬਚਨ ਦਿੱਤੇ ਸੀ ਨਾ, ਬਾਅਦ ਦਾ ਇਤਿਹਾਸ ਹੈ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਵੀ ਸ਼ੁਰੂ ਹੋਇਆ। ਭਾਈ ਮੇਰੇ ਨੂੰ ਕਿਹਾ ਸੀ ਗੁਰੂ ਹਰਗੋਬਿੰਦ ਮਹਾਰਾਜ ਨੇ, ਮੇਰਿਆ ਤੇਰੇ ਘਰ ਦੇ ਵਿੱਚ ਕਈ ਸਾਲ ਅਸੀਂ ਟਿਕੇ ਰਹਿਣਾ ਤੇ ਹੋਵਾਂਗੇ ਨੌਵੇਂ ਜਾਮੇ 'ਚ। ਜਦੋਂ ਬਾਬਾ ਮੱਖਣ ਸ਼ਾਹ ਜੀ ਆਏ ਨੇ, ਇਤਿਹਾਸ ਮੇਰਾ ਹੈ, ਜ਼ਿਕਰ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ, ਉਦੋਂ ਇਹੀ ਸ਼ਬਦ ਸੀ ਜਿਹੜੇ ਤੈਥੋਂ ਓਲੇ ਕਦੇ ਨਾ ਹੋਸਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਨੇ ਬਚਨ ਦਿੱਤੇ ਸੀ, ਫਿਰ ਛੇਵੇਂ ਪਾਤਸ਼ਾਹ ਨੇ ਭਾਈ ਮੇਰੇ ਨੂੰ ਬਚਨ ਦਿੱਤੇ ਸੀ, ਮੇਰਿਆ
ਤੇਰੇ ਘਰ ਦੇ ਵਿੱਚ ਹੀ ਹੋਵਾਂਗੇ, 9ਵੇਂ ਜਾਮੇ ਵਿੱਚ ਹੋਵਾਂਗੇ, ਜਦੋਂ ਕਈ ਸਾਲ ਤੱਕ ਟਿਕੇ ਰਵਾਂਗੇ। 26 ਸਾਲ 9 ਮਹੀਨੇ ਤੇ 13 ਦਿਨ ਲਿਖਿਆ ਹੀ ਹੋਇਆ। ਸੱਚ ਜਿਹੜੀ ਗੱਲ ਜਿੱਥੇ ਲਿਖੀ ਗਈ ਹੋਵੇ ਉਹ ਤੇ ਕਿੰਤੂ ਨਹੀਂ ਕਦੇ ਕਰੀਦਾ। ਭਾਵੇਂ ਕਿ ਅੱਜ ਬੜੀ ਤਰਕ ਹੋ ਰਹੀ ਹੈ ਗੁਰੂ ਦੇ ਇਤਿਹਾਸ ਨੂੰ ਲੈ ਕੇ, ਮੈਂ ਇਸ ਪਾਸੇ ਵੱਲ ਬਹੁਤਾ ਨਹੀਂ ਜਾਣਾ, ਗੱਲ ਤੇ ਮੰਨਣ ਦੀ ਹੈ ਨਾ। ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੀ ਤੁਸੀਂ ਚਲੇ ਜਾਓ। ਗੁਰੂ ਅੰਗਦ ਦੇਵ ਮਹਾਰਾਜ ਆ ਗਏ, ਮਾਤਾ ਵਿਰਾਈ ਦੇ ਘਰ ਵਿੱਚ ਟਿਕੇ, ਦਰਸ਼ਨ ਨਹੀਂ ਸੀ ਹੋ ਰਹੇ। ਕਹਿੰਦੇ ਕੌਣ ਹੈ ਜਿਹੜਾ ਹੁਣ ਸੰਗਤ ਨੂੰ ਗੁਰੂ ਦੇ ਦਰਸ਼ਨ ਕਰਾ ਦੇਵੇ, ਕਿਉਂਕਿ ਥਾਪਿਆ ਲੈਣਾ ਜੀਵ ਦੇ। ਆਪਣੇ ਹੱਥੀ ਉਹਨਾਂ ਨੇ ਗੁਰਤਾ ਗੱਦੀ ਦਿੱਤੀ ਹੈ, ਤਖਤ ਦਿੱਤਾ ਹੈ, ਆਪਣੀ ਜੋਤ ਲਹਿਣੇ ਚ ਟਿਕਾਈ ਹੈ। ਇੱਥੇ ਆਏ ਨੇ, ਪੁੱਛਿਆ ਗਿਆ, ਹਰ ਘਰ ਦੇ ਵਿੱਚ ਜਾ ਕੇ ਪੁੱਛਿਆ ਗਿਆ। ਫਿਰ ਇਹ ਵੀ ਪਤਾ ਸੀ ਮਾਤਾ ਵਿਰਾਈ ਦਾ, ਗੁਰੂ ਨਾਨਕ ਮਹਾਰਾਜ ਨੇ ਬਚਨ ਦਿੱਤੇ ਸੀ ਕਿ ਤੁਹਾਡੇ ਘਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਆਵਾਂਗੇ, ਤੇ ਗਏ। ਫਿਰ ਇਤਿਹਾਸ ਹੈ। ਹੁਣ ਜਦੋਂ ਸੰਗਤਾਂ ਨੇ ਕਿਹਾ, ਕਹਿੰਦੇ ਇੱਕੋ ਹੀ ਹੈ ਹੁਣ ਜਿਹੜਾ ਗੁਰੂ ਦੇ ਦਰਸ਼ਨ ਕਰਾ ਸਕਦਾ ਹੈ ਸੰਗਤ ਨੂੰ। ਉਹ ਕੌਣ ਹੈ? ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਕੀਰਤਨ ਸ਼ੁਰੂ ਹੋ ਗਿਆ। ਬਾਹਰ ਦਰਵਾਜ਼ਾ ਤੇ ਖੋਲਣ ਦਾ, ਬੰਦ ਕਰਨ ਦਾ ਕੇਵਲ ਹੁਕਮ ਜਾਂ ਆਗਿਆ ਕਹਿ ਲਓ ਮਾਤਾ ਵਿਰਾਈ ਨੂੰ ਸੀ, ਹੋਰ ਕਿਸੇ ਨੂੰ ਨਹੀਂ। ਮਾਤਾ ਵਿਰਾਈ ਤੋਂ ਬਿਨਾਂ ਕਿਸੇ ਹੋਰ ਨੂੰ ਆਗਿਆ ਨਹੀਂ ਸੀ ਕੋਈ ਦਰਵਾਜ਼ਾ ਖੋਲੇ, ਕੇਵਲ ਮਾਤਾ ਵਿਰਾਈ ਜੀ ਸਨ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੇ ਖੁੱਲੇ ਦਰਸ਼ਨ ਦਿਦਾਰੇ ਸੰਗਤ ਨੂੰ ਹੋਏ ਨੇ, ਇਹਨਾਂ ਬਚਨਾਂ ਕਰਕੇ ਹੋਏ ਨੇ ਵੀ ਤੈਥੋਂ ਓਲੇ ਕਦੇ ਨਾ ਹੋਸਾ, ਮੈਂ ਤੇਰੇ ਤੋਂ ਓਲੇ ਨਹੀਂ। ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਕਰਾਏ ਦਰਸ਼ਨ। ਸਮਾਂ ਗੁਰੂ ਅਮਰਦਾਸ ਜੀ ਦਾ ਆਇਆ, ਤਖਤ ਤੇ ਬੈਠਿਆਂ ਗੋਇੰਦਵਾਲ ਸਾਹਿਬ ਘਟਨਾ ਵਾਪਰੀ। ਗੁਰੂ ਪੁੱਤਰ ਆਏ ਤੇ ਉਹਨਾਂ ਨੇ ਤਖਤ ਤੇ ਬੈਠਿਆ ਮਹਾਰਾਜ ਨੂੰ ਲੱਤ ਮਾਰ ਕੇ ਕਿਹਾ, ਬੁੱਢਿਆ ਸਾਡਾ ਹੱਕ ਖੋਲਿਆ। ਇਹ ਬਚਨ ਨੇ ਇਤਿਹਾਸ ਤੇ। ਉਹਨਾਂ ਨੇ ਕਿਹਾ ਦਾਤੂ ਨੇ ਆ ਕੇ ਕਿ ਜਿੱਥੋਂ ਆਇਆ ਉੱਥੇ ਚਲਿਆ ਜਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਸੇ ਨੂੰ ਨਹੀਂ ਉਹਨਾਂ ਦੱਸਿਆ, ਚਲੇ ਗਏ। ਗੁਰੂ ਪੁੱਤਰ ਸੀ, ਸਤਕਾਰ ਵੀ ਸੀ, ਤੇ ਜੋ ਕਲਾ ਤੇ ਗੁਰੂ ਦੀ ਵਰਤਣੀ ਸੀ, ਇਤਿਹਾਸ ਬਣਨਾ ਸੀ ਸੰਨ ਸਾਹਿਬ ਦਾ। ਚਲੇ ਗਏ, ਦੱਸਿਆ ਕਿਸੇ ਨੂੰ ਨਹੀਂ। ਸੰਗਤਾਂ ਆਈਆਂ, ਦਰਸ਼ਨ ਨਹੀਂ ਹੋ ਰਹੇ ਸੀ। ਦਾਤੂ ਤਖਤ ਤੇ ਬੈਠਾ ਹੈ। ਇਹ ਕਈਆਂ ਨੇ ਇਤਿਹਾਸ ਦਾ ਜ਼ਿਕਰ ਕੀਤਾ, ਪਰ ਸੰਗਤਾਂ ਕਹਿੰਦੀਆਂ ਨਹੀਂ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਿੱਚ ਖਿੱਚ ਹੈ, ਉਹ ਹੁਣ ਜਿਹੜਾ ਦਾਅਵਾ ਕਰ ਰਿਹਾ ਹੈ ਧੱਕੇ ਨਾਲ ਜਿਹੜਾ ਗੁਰੂ ਬਣਿਆ ਹੈ, ਉਹ ਥੋੜੀ ਦਿਲਾਂ ਦੀਆਂ ਜਾਣ ਸਕਦਾ ਹੈ। ਸੰਗਤਾਂ ਭਟਕਣ ਲੱਗੀਆਂ। ਫਿਰ ਭਾਈ ਪਾਰੋ ਜੀ ਡੱਲਾ ਸਾਹਿਬ ਦੇ ਦਾਸ ਦੇ ਨਗਰ ਦੇ ਉਹ ਗੁਰਸਿੱਖ ਪਿਆਰੇ ਜਿਨ੍ਹਾਂ ਦਾ ਮੈਂ ਜ਼ਿਕਰ ਹਰ ਸਟੇਜ ਤੇ ਕਰਦਾ ਹਾਂ, ਜਿਨ੍ਹਾਂ ਦੇ ਕਰਕੇ 72 ਬ੍ਰਹਮ ਗਿਆਨੀ ਬਣੇ। ਭਾਈ ਬੱਲੂ ਜੀ ਨੇ ਭਾਈ ਪਾਰੋ ਨੂੰ ਭੇਜਿਆ ਕਿ ਜਾਓ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹੋ ਜਾ ਕੇ ਹੁਣ ਤੁਹਾਡੇ ਤੋਂ ਬਿਨਾਂ ਗੁਰੂ ਜੋਤ ਦੇ ਕੋਈ ਦਰਸ਼ਨ ਨਹੀਂ ਕਰਾ ਸਕਦਾ। ਫਿਰ ਆਏ, ਭਾਈ ਪਾਰੋ ਨੇ ਬੇਨਤੀ ਕੀਤੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਏ, ਘੋੜੀ ਖੋਲੀ, ਜਿਹਦੇ ਤੇ ਅਸਵਾਰੀ ਪਹਿਲਾਂ ਭਾਈ ਪਾਰੋ ਜੀ ਕਰਿਆ ਕਰਦੇ ਸੀ। ਇੱਕ ਦਿਨ ਮਨ ਦਾ ਫੁਰਨਾ ਬਣਿਆ ਕਿ ਪਾਰੋ ਆਪਣੇ ਆਪ ਨੂੰ ਕਹਿੰਦਾ ਕਿੰਨਾ ਸਮਾਂ ਹੋ ਗਿਆ ਤੈਨੂੰ ਗੁਰੂ ਕੋਲ ਜਾਂਦੇ, ਅਜੇ ਸਮਝ ਨਹੀਂ ਪਈ ਕਿ ਉਹ ਨਿਮਾਣਿਆਂ ਦਾ ਮਾਣ ਗੁਰੂ, ਉਹ ਨਿਤਾਣਿਆਂ ਦਾ ਤਾਣ ਗੁਰੂ, ਉਹ ਨਿਉਟਿਆਂ ਦੀ ਓਟ ਤੇ ਨਿਆਸਰਿਆਂ ਦਾ ਆਸਰਾ ਗੁਰੂ ਹੈ। ਉੱਥੇ ਅਕਬਰ ਵਰਗੇ ਬਾਦਸ਼ਾਹ ਨੰਗੇ ਪੈਰੀ ਚੱਲ ਕੇ ਆਉਂਦੇ, ਤੂੰ ਸਿੱਖ ਹੋ ਕੇ ਘੋੜੀ ਤੇ ਸਵਾਰ ਹੋ ਕੇ ਆਉਣਾ। ਭਾਈ ਪਾਰੋ ਨੇ ਸਮਝ ਲਿਆ ਕਿ ਜੇ ਅਕਬਰ ਬਾਦਸ਼ਾਹ ਵਰਗੇ ਨੰਗੇ ਪੈਰੀ ਚੱਲ ਕੇ ਆਉਂਦੇ ਐ ਤੇ ਮੈਂ ਕਿਉਂ ਘੋੜੀ ਤੇ ਸਵਾਰ ਹੋ ਕੇ ਜਾਵਾਂ। ਉਸੇ ਦਿਨ ਤੋਂ ਹੀ, ਕਿਉਂਕਿ ਇਹ ਗੱਲ ਜੁੜ ਗਈ ਸੀ, ਏਡਾ ਅਜ਼ਮਤ ਵਾਲਾ ਹੋ ਗਿਆ ਸੀ ਭਾਈ ਪਾਰੋ। ਡੱਲਾ ਸਾਹਿਬ ਤੋਂ ਗੋਇੰਦਵਾਲ ਸਾਹਿਬ ਮੇਰੇ ਪਿੰਡ ਤੋਂ 32 ਕਿਲੋਮੀਟਰ ਵੇਖਣ ਵਾਲਿਆਂ ਨੇ ਲਿਖਿਆ ਤੇ ਲਿਖਣ ਵਾਲਿਆਂ ਇਤਿਹਾਸ ਲਿਖ ਦਿੱਤਾ, ਕੋਲੋਂ ਨਹੀਂ ਕਹਿ ਰਿਹਾ, ਕਿ ਜਦੋਂ ਭਾਈ ਪਾਰੋ ਗੁਰੂ ਮਹਾਰਾਜ ਵੱਲ ਆਉਂਦਾ ਸੀ ਤੇ ਘੋੜੀ ਦੇ ਪੌੜ ਜਿਹੜੇ ਜ਼ਮੀਨ ਤੇ ਨਹੀਂ ਸੀ ਲੱਗਦੇ। ਉਸੇ ਦਿਨ ਤੋਂ ਭਾਈ ਪਾਰੋ ਨੇ ਪ੍ਰਣ ਕਰ ਲਿਆ ਸੀ, ਅੱਜ ਤੋਂ ਬਾਅਦ ਪੈਦਲ ਚੱਲ ਕੇ ਆਵਾਂਗਾ। ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਉਹ ਘੋੜੀ ਭੇਟਾ ਕੀਤੀ। ਮਹਾਰਾਜ ਉਹਦੇ ਤੇ, ਕਿਉਂਕਿ ਬਜ਼ੁਰਗ ਸਰੀਰ ਹੋ ਗਿਆ ਸੀ, ਸਤਿਗੁਰੂ ਮਹਾਰਾਜ ਦਾ 62 ਸਾਲ ਦੀ ਉਮਰ ਸੀ, 12 ਸਾਲ ਸੇਵਾ ਕੀਤੀ, 74 ਸਾਲ ਦੀ ਉਮਰ ਵਿੱਚ ਤੇ ਗੁਰਤਾ ਗੱਦੀ ਤੇ ਬੈਠੇ। ਆਪਾਂ ਗੱਲ ਕਰ ਰਹੇ ਤੈਥੋਂ ਓਲੇ ਕਦੇ ਨਾ ਹੋਸਾ, ਜਿਹੜੇ ਬਚਨ ਮਹਾਰਾਜ ਨੇ ਕਹੇ। ਇਤਿਹਾਸ ਕਿੱਡਾ ਵੱਡਾ ਹੈ। ਅਸੀਂ ਤੇ ਕੇਵਲ ਇੰਨੀ ਕੁ ਗੱਲ ਪੜ੍ਹ ਕੇ ਅੱਗੇ ਚਲੇ ਜਾਂਦੇ, ਪਰ ਮਹਾਰਾਜ ਦੇ ਬਚਨਾਂ ਦੇ ਵਿੱਚ ਵੱਡਾ ਇਤਿਹਾਸ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਸੀ ਮੈਂ ਤੇਰੇ ਤੋਂ ਓਲੇ ਕਦੇ ਨਹੀਂ। ਗੁਰੂ ਨਾਨਕ ਦੇ ਬਚਨ ਨੇ ਤੇ ਕਮਾਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਦਿਖਾਇਆ ਇਤਿਹਾਸ। ਕਹਿੰਦੇ ਚਲੋ ਫਿਰ ਸੰਗਤਾਂ ਤੁਰ ਪਈਆਂ ਨਾਲ, ਘੋੜੀ ਅੱਗੇ ਖੋਲ ਕੇ ਤੋਰਤੀ। ਬਿਲਕੁਲ ਉੱਥੇ ਜਾ ਕੇ ਰੁਕੇ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਅੱਜ ਉੱਥੇ ਗੁਰਦੁਆਰਾ ਸੰਨ ਸਾਹਿਬ ਹੈ ਨਾ, ਬਾਹਰ ਬਾਸਰ ਕੇ
ਜਦੋਂ ਆਪਾਂ ਗੁਰੂ ਕੀ ਵਡਾਲੀ ਵੱਲ ਨੂੰ ਆਉਣਾ ਹੁੰਦਾ, ਸੱਜੇ ਹੱਥ ਗੁਰਦੁਆਰਾ ਸੰਨ ਸਾਹਿਬ, ਪਿੰਡੋਂ ਬਾਹਰ-ਬਾਹਰ। ਜਦੋਂ ਦਰਵਾਜ਼ੇ ਤੇ ਵੇਖਿਆ ਤੇ ਦਰਵਾਜ਼ੇ ਤੇ ਲਿਖਿਆ ਹੋਇਆ ਸੀ ਵੀ ਜਿਹੜਾ ਦਰਵਾਜ਼ਾ ਖੋਲੇਗਾ ਸਾਡਾ, ਉਹ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨੇ। ਐਸਾ ਤੇ ਕੋਈ ਵੀ ਨਹੀਂ ਸੀ ਜਿਹੜਾ ਗੁਰੂ ਦੇ ਹੁਕਮ ਦੀ ਅਦੂਲੀ ਕਰੇ। ਜੇ ਗੁਰੂ ਨੇ ਲਿਖ ਦਿੱਤਾ ਤੇ ਫਿਰ ਸਾਡਾ ਥੋੜੀ ਇਹ ਫਰਕ ਬਣਦਾ ਸੀ ਵੀ ਅਸੀਂ ਜਾ ਕੇ ਧੱਕੇ ਨਾਲ ਹੀ ਦਰਵਾਜ਼ਾ ਖੋਲ ਲਈਏ। ਸੰਗਤਾਂ ਕਹਿੰਦੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਜੇ ਇੱਥੇ ਲੈ ਆਓ ਤੇ ਅੱਗੇ ਵੀ ਹੋਣਾ, ਤੁਸੀਂ ਕਿਰਪਾ ਕਰੋ। ਅਰਦਾਸ ਕੀਤੀ, ਜੁਗਤ ਵਰਤੀ, ਗੁਰੂ ਦਾ ਹੀ ਹੁਕਮ ਹੋਇਆ। ਆਪਣੇ ਕੋਲੋਂ ਕੁਝ ਨਹੀਂ ਕੀਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਕਹਿੰਦੇ ਪਿਛਲੇ ਪਾਸਿਓਂ ਸੰਨ ਲਾ ਲਓ। ਗੁਰੂ ਦੇ ਹੁਕਮ ਦੀ ਅਦੂਲੀ ਵੀ ਨਹੀਂ ਕਰਨੀ ਤੇ ਜੁਗਤ ਵੀ ਵਰਤਣੀ ਹੈ ਤੇ ਦਰਸ਼ਨ ਵੀ ਸੰਗਤ ਨੂੰ ਕਰਾਉਣੇ ਹੈ। ਪਿਛਲੇ ਪਾਸਿਓਂ ਸੰਨ ਲਾਈ ਤੇ ਸੰਗਤ ਜੀ ਆਓ ਮੇਰੇ ਮਗਰ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਵਾਜ਼ ਦਿੱਤੀ। ਅੱਜ ਵੀ ਸੰਗਤਾਂ ਉੱਥੋਂ ਦੀ ਲੰਘਦੀਆਂ ਨੇ ਜਿੱਥੋਂ ਦੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲੰਘੇ ਸਨ। ਜਾ ਮੱਥਾ ਟੇਕਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੁਕਮ ਅਦੂਲੀ ਕੀਤੀ ਹੈ? ਕਹਿੰਦੇ ਨਹੀਂ, ਜਾਣਦੇ ਹੋ ਤੁਸੀਂ ਮਹਾਰਾਜ ਮੈਂ ਤੇ ਕੁਝ ਨਹੀਂ ਕੀਤਾ, ਕਰਨ ਕਾਰਨ ਤੁਸੀਂ ਹੋ। ਤੇ ਸਤਿਗੁਰੂ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਫਿਰ ਆਪੇ ਕੁੰਡੀਆਂ ਖੋਲਦੇ ਹੁਣ ਬਾਹਰ ਨਹੀਂ। ਦਰਵਾਜ਼ਾ ਖੋਲਿਆ, ਕੀਰਤਨ ਸ਼ੁਰੂ ਹੋ ਗਿਆ ਤੇ ਸੰਗਤਾਂ ਨੇ ਕਿਹਾ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਲੱਦਾ। ਲੱਦਾ ਮਤਲਬ ਲੱਭ ਲਿਆ। ਇਹੀ ਸ਼ਬਦ ਫਿਰ ਬਾਬਾ ਮੱਖਣ ਸ਼ਾਹ ਨੇ ਕਹੇ ਸੀ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਕਿਉਂਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਹੋਏ ਹੈ, ਜਿਹੜੇ ਬਾਬਾ ਮੱਖਣ ਸ਼ਾਹ ਨੂੰ ਕਹਿੰਦੇ ਸੀ ਆਓ ਇੱਥੋਂ ਹੀ ਗੁਰੂ ਪ੍ਰਗਟ ਹੋਣਾ ਹੈ, ਅਰਦਾਸ ਕਰੋ। ਅਰਦਾਸ ਕੀਤੀ ਤੇ ਫਿਰ ਚਲੇਗਾ ਭੋਰੇ ਵਿੱਚ ਜਾ ਕੇ ਜਦੋਂ ਮੱਥਾ ਟੇਕਿਆ, ਜੋਤ ਲਟ ਲਟ ਕਰਕੇ ਜਗ ਰਹੀ ਸੀ। ਇਤਿਹਾਸ ਸਾਡੇ ਸਾਹਮਣੇ ਹੈ, ਪਰ ਕਦੇ ਅਸੀਂ ਇਤਿਹਾਸ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਇਆ। ਧੰਨ ਬਾਬਾ ਬੁੱਢਾ ਜੀ ਨੇ ਗੁਰੂ ਲੱਦਾ, ਗੁਰੂ ਲੱਦਾ, ਗੁਰੂ ਲੱਭ ਲਿਆ। ਗੁਰੂ ਹੈ ਤੇ ਪ੍ਰਤੱਖ ਹੈ ਤੇ ਪ੍ਰਗਟ ਹੀ ਹੈ, ਪਰ ਫਿਰ ਵੀ ਇਹ ਦੇਖਿਆ ਜਾਏ ਉਹ ਕਿਹੜੀ ਜੁਗਤੀ, ਉਹ ਕਿਹੜਾ ਢੰਗ, ਉਹ ਕਿਹੜਾ ਤਰੀਕਾ ਹੋਵੇ ਜਿਹਦੇ ਨਾਲ ਗੁਰੂ ਨਾਲ ਮਿਲਾਪ ਹੋ ਜਾਏ। ਇਤਿਹਾਸ ਦੇ ਛੋਟੇ ਛੋਟੇ ਪੱਖ ਬਹੁਤ ਵੱਡੀ ਸੱਚਾਈ ਪੇਸ਼ ਕਰ ਦਿੰਦੇ। ਸਮਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਇਆ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਤਾਂ ਇੱਥੋਂ ਓਲੇ ਕਦੇ ਨਾ ਹੋਸਾਂ ਦਾ ਇਤਿਹਾਸ ਚੱਲਦਾ ਰਿਹਾ। ਛੇਵੇਂ ਪਾਤਸ਼ਾਹ ਗਵਾਲੀਅਰ ਚਲੇ ਗਏ ਤੇ ਸਾਰਾ ਪੰਜਾਬ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲੈ ਗਏ ਸੀ ਪੰਜਾਬ ਤੋਂ ਗਵਾਲੀਅਰ। ਤਾਂ ਇੱਥੋਂ ਓਲੇ ਕਦੇ ਨਾ ਹੋਸਾਂ, ਮੈਂ ਤੇਰੇ ਤੋਂ ਓਲੇ ਨਹੀਂ। ਅੱਜ ਉਹਦੀ ਕਰਨੀ ਤੇ ਸ਼ੱਕ ਹੋ ਗਿਆ ਮਸੰਦਾਂ ਨੂੰ। ਜਦੋਂ ਉਹਨੇ ਤਨ ਤੇ ਬਾਣਾ ਪਹਿਨਾਇਆ ਨਾ ਕੇਸਰੀ, ਪਹਿਲਾਂ ਚਿੱਟਾ ਬਾਣਾ ਸੀ। ਸੁਣੋ, ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਇਤਿਹਾਸ ਦੱਸ ਰਿਹਾ। ਫਿਰ ਛੇਵੇਂ ਪਾਤਸ਼ਾਹ ਵੇਲੇ ਗੁਰਤਾ ਗੱਦੀ ਦੀ ਮਰਜ਼ਾਦਾ ਜਦੋਂ ਹੋਈ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਜੋ ਗੁਰੂ ਹੁਕਮ ਕਰਕੇ ਗਏ ਸੀ ਉਹਦੇ ਮੁਤਾਬਕ ਉਹਨਾਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਦੇ ਕੇ ਗਏ ਸੀ ਨਿਭਾਈਆਂ। ਪਹਿਲਾਂ ਤਨ ਤੇ ਕੇਸਰੀ ਬਾਣਾ ਪਹਿਨਾਇਆ, ਫਿਰ ਪਹਿਲਾਂ ਦਸਤਾਰ ਇੱਕ ਬੰਨੀ ਪੀਰੀ ਦੀ, ਭਗਤੀ ਦੀ, ਇੱਕ ਉੱਪਰ ਹੋਰ ਬੰਨ ਦਿੱਤੀ ਦੋਹਰੀ ਦਸਤਾਰ ਜਿਹੜੀ ਅੱਜ ਆਪਾਂ ਬੰਨਦੇ ਆ, ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ। ਢਾਡੀ ਕਲਾ ਵੀ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ ਹੈ। ਢਾਡੀ ਕਲਾ ਨੂੰ ਪਿਆਰ ਕਰਨ ਵਾਲੇ ਤੁਸੀਂ ਬੈਠੇ ਹੋ, ਜਿਹੜੇ ਕੇਵਲ ਕੰਨ ਰਸ ਪਾਣੀ ਨੂੰ ਸਮਝ ਕੇ ਤੇ ਸ਼ਖਸੀਅਤਾਂ ਨਾਲ ਜੁੜਦੇ ਨੇ ਕਿ ਕੋਈ ਜਿਹਦਾ ਬਹੁਤਾ ਹੀ ਨਾਮ ਹੋਵੇ ਮੀਡੀਏ ਦੇ ਵਿੱਚ, ਫਿਰ ਮੱਥਾ ਟੇਕਣ ਨੂੰ ਵੀ ਸਮਾਂ ਲੱਗ ਜਾਂਦਾ ਹੈ। ਖਿਮਾ ਕਰਨਾ, ਮਹਾਰਾਜ ਨੂੰ ਨਮਸਕਾਰ ਕਰਨ ਲਈ ਵੀ ਸਮਾਂ ਲੱਗ ਜਾਂਦਾ। ਪਰ ਜੇ ਗੁਰੂ ਸ਼ਬਦ ਦੇ ਪ੍ਰੇਮੀ ਨੇ, ਜੇ ਕੀਰਤਨ ਦੇ ਪ੍ਰੇਮੀ ਹੈ, ਕੋਈ ਵੀ ਕੀਰਤਨ ਕਰਨ ਵਾਲਾ ਹੋਵੇ, ਗੁਰੂ ਨਾਲ ਪਿਆਰ ਹੋਣਾ ਚਾਹੀਦਾ ਹੈ। ਫਿਰ ਵੀ ਚਲੋ ਮੈਂ ਬਹੁਤੇ ਕਈ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕਾਂ ਕੋਲੋਂ ਕਈਆਂ ਕੋਲੋਂ ਸੁਣਿਆ ਬਈ ਸਾਡੇ ਇੱਥੇ ਜਿਹੜੀ ਸੰਗਤ ਆ ਕਹਿੰਦੇ ਉਹ ਢਾਡੀਆਂ ਨੂੰ ਪਸੰਦ ਨਹੀਂ ਕਰਦੀ। ਵਾਹ, ਕੈਸਾ ਜਵਾਬ ਹੈ। ਜੇ ਢਾਡੀ ਨਾ ਇਹਨਾਂ ਸਟੇਜਾਂ ਤੇ ਆਉਣਗੇ ਤੇ ਕੀ ਤੁਸੀਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਛੇਵੇਂ ਥਾਂ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਹੈ, ਫਿਰ ਉਹਨਾਂ ਤੋਂ ਆਕੀ ਹੋ ਜਾਓਗੇ? ਜਿਨ੍ਹਾਂ ਨੇ ਢਾਡੀ ਕਲਾ ਪਰੰਪਰਾ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਲੈ ਕੇ ਆਂਦੀ, ਜਿੰਨੇ ਵਧੀਆ ਢੰਗ ਨਾਲ ਇਤਿਹਾਸ ਨੂੰ ਸ਼ਿੰਗਾਰ ਕੇ ਇੱਕ ਢਾਡੀ ਬਿਆਨ ਕਰ ਸਕਦਾ ਹੈ, ਦੂਜਾ ਕੋਈ ਨਹੀਂ। ਹਰ ਪੱਖ ਜਿਹੜਾ ਉਹਨੂੰ ਵਿਚਾਰਨ ਦੀ ਲੋੜ ਹੈ। ਅਧਿਆਤਮਕ ਦੀ, ਰੂਹਾਨੀਅਤ ਦੀ, ਗੁਰਸ਼ਬਦ ਦੀ ਵਿਚਾਰ ਕਰਨ ਵਾਸਤੇ ਮਹਾਰਾਜ ਨੇ ਕਥਾਵਾਚਕ ਬਣਾਏ ਜੀ। ਕੀਰਤਨ ਭਗਤੀ ਲਈ ਮਹਾਰਾਜ ਨੇ
ਇੱਕ ਤਖਤ ਉਹ ਹੈ ਹਰਮੰਦਰ ਸਾਹਿਬ ਜਿਹਨੂੰ ਆਪਾਂ ਕਹਿੰਦੇ ਉਹ ਵੀ ਤਖਤ ਹੈ ਵੱਡਾ, ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਜਿਸ ਤਖਤ ਤੋਂ ਕੀਰਤਨੀਏ ਸਤਕਾਰੇ ਗਏ। ਜੀ। ਪਰ ਅੱਜ ਜਿੰਨਾ ਉਹਨਾਂ ਨੂੰ ਸਤਕਾਰ ਮਿਲਦਾ ਹੈ, ਉਹਨਾਂ ਸਤਕਾਰ ਢਾਡੀਆਂ ਨੂੰ ਨਹੀਂ ਮਿਲਦਾ। ਇਹ ਕੌੜਾ ਸੱਚ ਹੈ, ਕਿਉਂਕਿ ਅਸੀਂ ਸੁਣਿਆ ਹੀ ਨਹੀਂ। ਇੱਕ ਤਖਤ ਉਹ ਹੈ ਜਿਸ ਤਖਤ ਤੋਂ ਕੀਰਤਨੀਏ ਵਡਿਆਏਗਾ, ਇੱਕ ਤਖਤ ਉਹ ਹੈ ਜਿੱਥੋਂ ਢਾਡੀ ਵਡਿਆਏਗਾ। ਅਸੀਂ ਹਰਮੰਦਰ ਸਾਹਿਬ ਤੇ ਜਾਂਦੇ ਆ, ਪਰ ਅਸੀਂ ਅਕਾਲ ਤਖਤ ਸਾਹਿਬ ਨਹੀਂ ਆਉਂਦੇ। ਗੁਰੂ ਤੇ ਜੋਤ ਹੈ, ਉਹੀ ਗੁਰੂ ਹੈ ਜਿਹਨੇ ਸਾਨੂੰ ਹਰਮੰਦਰ ਸਾਹਿਬ ਦਿੱਤਾ, ਤੇ ਛੇਵੇਂ ਜਾਮੇ ਚ ਉਹੀ ਗੁਰੂ ਹੈ ਜਿਹਨੇ ਸਾਨੂੰ ਅਕਾਲ ਤਖਤ ਸਾਹਿਬ ਦਿੱਤਾ। ਅੱਜ ਵੀ ਛੇਵੇਂ ਪਾਤਸ਼ਾਹ ਕੜਾਵਾ ਲੈ ਕੇ ਖੜੇ ਨੇ ਕਿ ਮੇਰੇ ਸਿੱਖ ਆਉਣ ਤੇ ਮੈਂ ਉਹਨਾਂ ਨੂੰ ਦੱਸਾਂ ਇੱਕ ਸੰਤ ਸਿਪਾਹੀ ਕਿਵੇਂ ਬਣੇ। ਵਾਹ। ਇਹ ਦੋਹਰੀ ਦਸਤਾਰ ਮਹਾਰਾਜ ਦੇ ਸੀਸ ਤੇ ਸਜਾਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਫਿਰ ਸੱਜੇ ਪਾਸੇ ਜਦੋਂ ਤੇਗ ਪਾਈ ਤੇ ਸਿੱਖ ਕਹਿੰਦੇ ਬਾਬੇ ਨੂੰ ਕੀ ਹੋ ਗਿਆ। ਅੱਜ ਤੱਕ ਦੁਨੀਆ ਦਾ ਕੋਈ ਤੇਗ ਧਾਰੀ ਐਸਾ ਨਹੀਂ ਹੋਇਆ ਜਿਹਦੇ ਸੱਜੇ ਪਾਸੇ ਵੇਖੀ ਗਈ ਹੋਵੇ। ਕਹਿੰਦੇ ਜੇ ਪਾਉਣੀ ਸੀ ਤੇ ਖੱਬੇ ਪਾਉਂਦੇ, ਵੇਖਣ ਨੂੰ ਤੇ ਚੰਗੀ ਲੱਗਦੀ। ਬਾਬਾ ਜੀ ਦੀ ਕਰਨੀ ਤੇ ਸ਼ੱਕ ਹੋ ਗਿਆ। ਅਸਲ ਵਿੱਚ ਕਰਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਨਹੀਂ ਸੀ, ਕਰਨੀ ਤੇ ਗੁਰੂ ਦੀ ਹੈ। ਸਿੱਖ ਨੂੰ ਤੇ ਮਾਣ ਹੀ ਦਵਾਇਆ। ਸੱਜੇ ਪਾਸੇ ਜਦੋਂ ਪਾਈ, ਰੌਲਾ ਪਿਆ, ਆਵਾਜ਼ ਉੱਠੀ, ਮਸੰਦਾਂ ਨੇ ਕਿਹਾ ਨਹੀਂ ਸੀ ਚਾਹੀਦਾ, ਬਾਬੇ ਨਾਨਕ ਦੀ ਗੱਦੀ ਸੰਤਾਂ ਵਾਲੀ ਹੈ, ਇੱਥੇ ਸਿਪਾਹੀ ਬਣ ਕੇ ਹਕੂਮਤ ਨਾਲ ਟੱਕਰ ਲਾਉਣ ਦੀ ਗੱਲ ਹੋ ਰਹੀ ਹੈ, ਨਹੀਂ ਸੀ ਹੋਣਾ ਚਾਹੀਦਾ। ਕੀ ਲੋੜ ਹੈ ਹਥਿਆਰਾਂ ਦੀ, ਸ਼ਸਤਰਾਂ ਦੀ, ਸ਼ਬਦ ਦੀ ਵਿਚਾਰ ਸੀ। ਇੱਥੇ ਸ਼ਸਤਰਾਂ ਨੂੰ ਕੀ ਥਾਂ ਹੈ? ਇੱਥੇ ਸ਼ਸਤਰ ਨਹੀਂ ਚਾਹੀਦੇ, ਹਥਿਆਰ ਨਹੀਂ ਚਾਹੀਦੇ। ਬੜਾ ਕੁਝ ਹੋਇਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਤੁਸੀਂ ਤਰਕ ਕੀਤੀ ਹੈ ਮਸੰਦੋ ਕਿ ਸੱਜੇ ਪਾਸੇ ਨਹੀਂ ਵੇਖੀਗੀ, ਸੱਚੇ ਤੁਸੀਂ ਉਹ ਵੀ ਅੱਜ ਤੱਕ ਕਿਸੇ ਨੇ ਪਾਈ ਨਹੀਂ। ਇਹ ਭਗਤੀ ਦੀ ਹੈ ਜਿਹੜੀ ਗੁਰੂ ਦੇ ਸੱਜੇ ਪਾਸੇ ਪਾਈਏ। ਤੇ ਜੇ ਭਗਤੀ ਤੋਂ ਸਖਣੀ ਸ਼ਕਤੀ ਹੋਵੇ ਤੇ ਲੋਕਾਂ ਤੇ ਜ਼ੁਲਮ ਕਰਦੀ ਹੈ। ਤਲਵਾਰ ਸ਼ਕਤੀ ਦੀ ਪ੍ਰਤੀਕ ਹੈ। ਇਹ ਰਾਜਿਆਂ ਮਹਾਰਾਜਿਆਂ ਦੇ ਹੱਥ ਵਿੱਚ ਆਈ, ਉਹਨਾਂ ਦੇ ਹੱਥ ਵਿੱਚ ਆਈ ਜਿਨ੍ਹਾਂ ਦੇ ਕੋਲ ਰੱਬ ਦੀ ਬੰਦਗੀ ਨਹੀਂ, ਜਿਨ੍ਹਾਂ ਕੋਲ ਰੱਬ ਦੀ ਭਗਤੀ ਨਹੀਂ ਸੀ। ਲੋਕਾਂ ਤੇ ਜ਼ੁਲਮ ਹੋਇਆ ਇਸੇ ਤਲਵਾਰ ਨਾਲ, ਪਰ ਗੁਰੂ ਨੇ ਤਪਦੀਆਂ ਤਵੀਆਂ ਤੇ ਬਹਿ ਕੇ ਪੱਕੀ ਕੀਤੀ। ਇਹਨੂੰ ਸਮਝੋ, ਤਪਦੀ ਤਵੀ ਦਾ ਰੂਪ ਹੀ ਬਦਲਿਆ ਏ। ਲੋਹਾ ਢਲਿਆ ਤੇ ਤਿਆਰ ਹਥਿਆਰ ਹੋ ਗਏ। ਗੁਰੂ ਅਰਜਨ ਸਾਹਿਬ ਮਹਾਰਾਜ ਹੀ ਕਹਿ ਕੇ ਗਏ ਸਨ ਹੁਣ ਸੰਤ ਸਿਪਾਹੀ ਬਣੇਗਾ, ਉਹਨਾਂ ਦਾ ਹੀ ਹੁਕਮ ਸੀ। ਤੇ ਇਸ ਕਰਕੇ ਆ ਦੋ ਤੇਗਾ ਪਹਿਨਾਈਆਂ ਜਾ ਰਹੀਆਂ। ਸੱਜੇ ਪਾ ਦਿੱਤੀ ਪੀਰੀ ਦੀ ਭਗਤੀ ਦੀ, ਖੱਬੇ ਪਾਈ ਕਹਿੰਦੇ ਬਾਬੇ ਨੂੰ ਭੁਲੇਖਾ ਲੱਗ ਗਿਆ। ਉਹ ਕਹਿੰਦੇ ਉਹਨਾਂ ਸੋਚਿਆ ਹੋਣਾ ਹੈ ਵੀ ਜਿਹੜੀ ਪੈ ਗਈ ਹੁਣ ਲਾਉਣੀ ਕਾਹਤੋਂ ਹੈ। ਤੇ ਬਾਬਾ ਫਿਰ ਬੋਲਿਆ, ਕਹਿੰਦਾ ਭੁਲੇਖਾ ਕੋਈ ਨਹੀਂ ਲੱਗਾ। ਇੱਕ ਪਾਸੇ ਬ੍ਰਹਮ ਗਿਆਨੀ ਕਹਿੰਦੇ, ਉਹ ਦੂਸਰੇ ਪਾਸੇ ਕਹਿੰਦੇ ਭੁਲੇਖਾ ਲੱਗ ਗਿਆ। ਜਿਹੜਾ ਬ੍ਰਹਮ ਗਿਆਨੀ ਹੋਵੇ ਉਹਨੂੰ ਭੁਲੇਖਾ ਨਹੀਂ ਲੱਗਦਾ। ਕਹਿੰਦੇ ਆਪਣੀ ਮਰਜ਼ੀ ਨਾਲ ਨਹੀਂ, ਇਹ ਪੀਰੀ ਚੋਂ ਨਿਕਲੀ ਹੈ ਦੂਜੀ ਜਿਹੜੀ ਖੱਬੇ ਪਾਈ ਹੈ। ਅਜੇ ਦੋ ਮਿਆਨਾਂ 'ਚ ਦੋ ਵੱਖਰੀਆਂ ਵੇਖਦੇ ਹੋ, ਕਦੇ ਸਮਾਂ ਆਉਣਾ ਇਹ ਇੱਕੋ ਮਿਆਨ ਵਿੱਚ ਦੋਵੇਂ ਪੈ ਜਾਣੀਆਂ। ਕਹਿੰਦੇ ਜਿਹੜੀ ਅਣਹੋਣੀ ਗੱਲ ਹੈ, ਜਿਹੜੀ ਹੋ ਹੀ ਨਹੀਂ ਸਕਦੀ, ਉਹਨੂੰ ਕਿਵੇਂ ਮੰਨ ਲਈਏ। ਸੁਣਿਆ ਤੇ ਹੈ ਬਈ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈਂਦੀਆਂ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਦੁਨੀਆ ਦੀ ਗੱਲ ਹੈ, ਇਹ ਸੰਸਾਰ ਕਹਿੰਦਾ ਹੈ ਬਈ ਇੱਕ ਮਿਆਨ 'ਚ ਦੋ ਨਹੀਂ ਪੈ ਸਕਦੀਆਂ। ਤੁਸੀਂ ਦੁਨੀਆ ਦੀ ਗੱਲ ਮੰਨਣੀ ਹੈ ਕਿ ਗੁਰੂ ਦੀ ਮੰਨਣੀ? ਜਦੋਂ ਦੁਨੀਆ ਮਗਰ ਲੱਗੋਗੇ ਫਿਰ ਮਨ ਮਤ ਹੈ, ਜੇ ਗੁਰੂ ਮਗਰ ਲੱਗੋਗੇ ਤੇ ਗੁਰੂ ਮਤ ਹੈ। ਗੁਰੂ ਸਿੱਖਿਆ ਤੇ ਚੱਲੋਗੇ ਫਿਰ ਜੀਵਨ ਬਦਲੇਗਾ। ਜੇ ਆਪਣੀ ਮਨ ਦੀ ਸੁਣੋਗੇ ਮਨ ਮਤ ਤੇ ਫਿਰ ਤੇ ਬੜਾ ਕੁਝ ਹੋਵੇਗਾ। ਫਿਰ ਤੇ ਵੀ ਕਈ ਜਾਂਦੇ ਨੇ ਕੋਈ ਗੱਲ ਨਹੀਂ, ਸ਼ਰਾਬ ਪੀਣੀ ਵੀ ਠੀਕ ਹੀ ਜਾਏਗੀ। ਸਿੱਖੀ ਸਰੂਪ ਦੀ ਵੀ ਕਹਿੰਦੇ ਬਹੁਤੀ ਲੋੜ ਨਹੀਂ, ਕਿਉਂਕਿ ਸਿੱਖੀ ਤੋਂ ਪਤਤ ਹੋਇਆਂ ਦੀਆਂ ਜੇ ਤਸਵੀਰਾਂ ਸਾਡਾ ਰੋਲ ਮਾਡਲ ਬਣ ਸਕਦੀਆਂ, ਖਿਮਾ ਕਰਨਾ ਫਿਰ ਸਿੱਖੀ ਕਿੱਥੋਂ ਪਾਲ ਦਿਓ। ਸਿੱਖੀ ਤੋਂ ਪਤਤ ਹੋਇਆਂ ਦੀਆਂ ਜੇ ਤਸਵੀਰਾਂ ਸਾਡਾ ਰੋਲ ਮਾਡਲ ਬਣ ਜਾਂਦੀਆਂ ਨੇ ਤੇ ਫਿਰ ਸਿੱਖੀ ਦੀ ਕਿੱਥੋਂ ਆਸ ਰੱਖਦੇ ਹੋ? ਜੇ ਸਤਿਗੁਰੂ ਨੇ ਮਰਦਾਨੇ ਨੂੰ ਕਿਹਾ ਹੋਵੇ, ਮਰਦਾਨਿਆ ਮੈਂ ਤੈਨੂੰ ਆਪਣਾ ਭਰਾ ਬਣਾਇਆ, ਮੈਂ ਤੈਨੂੰ ਆਪਣਾ ਸਾਥੀ ਬਣਾਇਆ, ਬਚਨ ਇਹ ਕਰ ਤੇਰੇ ਨਾਲ ਬਚਨੇ ਕਿ ਅੱਜ ਤੋਂ ਬਾਅਦ ਤੂੰ ਇਹਨਾਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਕੇਸ ਇਹ ਅਮਾਨਤ ਹੈ ਰੱਬ ਦੀ, ਇਹਦੇ ਵਿੱਚ ਖਿਆਨਤ ਨਹੀਂ ਹੋਣੀ ਚਾਹੀਦੀ। ਜੇ ਮਰਦਾਨੇ ਨੂੰ ਮਾਫੀ ਨਹੀਂ, ਬਈ ਸਿੱਖਾ ਤੈਨੂੰ ਹੈਗੀ ਹੈ ਕਿਤੇ? ਜੇ ਮਰਦਾਨੇ ਨੂੰ ਇੱਕ ਮਰਾਸੀ ਜਾਤ, ਨੀਵੀਂ ਜਾਤ ਸੀ ਸਮਾਜ ਵੱਲੋਂ ਮੰਨੀ ਹੋਈ, ਬਾਬੇ ਦੀਆਂ ਨਜ਼ਰਾਂ ਵਿੱਚ ਨਹੀਂ, ਉਹਨੇ ਤੇ ਜੂੜਾ ਲਾਇਆ ਪਰ ਸਾਡੇ ਗਲ ਵਿੱਚੋਂ ਨਹੀਂ ਲੱਗਾ। ਉਹਨੇ ਲਾਇਆ, ਖਿਮਾ ਕਰਨਾ ਜਿਸ ਦਿਨ ਇਹ ਲੈ ਜਾਏਗਾ। ਤੁਸੀਂ ਖਾਲਿਸਤਾਨ ਦੀ ਗੱਲ ਇੱਕ ਹਿੱਸੇ ਦੀ ਕਰਦੇ ਹੋ,
ਸਾਰੀ ਦੁਨੀਆ ਤੇ ਤੁਹਾਡਾ ਰਾਜ ਹੋਵੇਗਾ ਜੇ ਤੁਹਾਡੇ ਗਲ ਦੇ ਵਿੱਚੋਂ ਜਾਤ ਪਾਤ ਦਾ ਜੂੜਾ ਲੈ ਜਾਏ। ਖਿਮਾ ਕਰਨਾ, ਜਿੱਥੋਂ ਲੈਣਾ ਸੀ ਨਿਭਾਉਣਾ ਸੀ ਜਿਨ੍ਹਾਂ ਨੇ ਉਹਨਾਂ ਤੇ ਗੁਰਦੁਆਰੇ ਬਣਾ ਲਏ। ਚਲੋ ਖੈਰ, ਇਹ ਸਬਜੈਕਟ ਨਹੀਂ, ਇਧਰਲੇ ਪਾਸੇ ਜਾਵਾਂ। ਪਰ ਆ ਜ਼ਰੂਰੀ ਇਹ ਗੱਲ, ਸਿੱਖੋ ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ, ਨੀਚਾ ਅੰਦਰ ਨੀਚ ਜਾਤ ਬਾਬੇ ਦੇ ਬਚਨਾਂ ਦੇ ਬੋਲ ਜਿਹੜੇ ਨੇ ਉਹਨਾਂ ਨੂੰ ਕਮਾ ਕੇ ਵੇਖੀ ਅਸੀਂ, ਪਰ ਨਹੀਂ, ਅਸੀਂ ਚੱਲ ਹੀ ਨਹੀਂ ਸਕੇ ਉਸ ਰਾਹ ਉੱਤੇ ਜਿਸ ਰਾਹ ਤੇ ਮਹਾਰਾਜ ਨੇ ਸਾਨੂੰ ਚਲਾਉਣਾ ਚਾਹਿਆ ਸੀ। ਅੱਜ ਚਲੋ ਖੈਰ, ਸਤਿਗੁਰੂ ਮਹਾਰਾਜ ਦੇ, ਗੁਰੂ ਹਰਗੋਬਿੰਦ ਮਹਾਰਾਜ ਦੇ ਜੀਵਨ ਦੀ ਗੱਲ ਕਰ ਰਿਹਾ ਹਾਂ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਦੁਨੀਆ ਤੇ ਕਹਿੰਦੀ ਇੱਕ ਮਿਆਨ ਚ ਨਹੀਂ ਪੈ ਸਕਦੀਆਂ, ਪਰ ਜੇ ਤੁਹਾਡਾ ਗੁਰੂ ਚਾਹਵੇ ਤੇ ਹੋ ਸਕਦਾ ਇਹ ਸਭ ਕੁਝ, ਕਿਉਂਕਿ ਤੁਹਾਡਾ ਗੁਰੂ ਸਮਰੱਥ ਹੈ, ਤੁਹਾਡਾ ਗੁਰੂ ਪਰਮੇਸ਼ਰ ਰੂਪ ਹੈ। ਉਹ ਸਰਬ ਕਲਾ ਸਮਰੱਥ, ਅਨੰਤ ਕਲਾ ਹੋਏ ਠਾਕਰ ਚੜਿਆ। ਜਿਹੜੀ ਅਨਹੋਣੀ ਬਾਤ ਹੈ ਹੋ ਸਕਦੀ ਹੈ ਜੇ ਤੁਸੀਂ ਆਪਣਾ ਰੋਲ ਮਾਡਲ ਆਪਣੇ ਗੁਰੂ ਨੂੰ ਮੰਨੋਗੇ, ਤੇ ਜੇ ਕਿਸੇ ਹੋਰ ਨੂੰ ਮੰਨੋਗੇ ਤੇ ਫਿਰ ਨਹੀਂ ਗੱਲ ਬਣਨੀ। ਜੇ ਦੁਨੀਆ ਦੇ ਮਗਰ ਲੱਗੇ ਰਹੇ ਤੇ ਦੁਨੀਆ ਤੇ ਬਥੇਰਾ ਕੁਝ ਕਹਿੰਦੀ ਹੈ ਜੀ, ਦੁਨੀਆ ਤੇ ਬਹੁਤ ਕੁਝ ਕਹਿੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਕਰਨੀ ਇਹ ਸੀ, ਕਹਿੰਦੇ ਸਮਾਂ ਆਏਗਾ, ਬਾਬੇ ਦੇ ਬੋਲ ਸੀ ਕਿ ਦੋਵੇਂ ਇੱਕੋ ਮਿਆਨ ਵਿੱਚ ਪੈ ਜਾਣੀਆਂ। ਤੇ ਪਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ। ਜਿਹੜਾ 2 ਧਾਰਾ ਸ਼ਸਤਰ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਬਣਾਇਆ। ਲੋਹਗੜ੍ਹ ਕਿਲੇ ਜਿੱਥੇ ਸ਼ਸਤਰ ਬਣਦੇ ਸੀ, ਲੋਹਾ ਢਾਲਿਆ, ਪੀਰੀ ਤੇ ਮੀਰੀ ਦੀਆਂ ਤੇਗਾਂ, ਤਲਵਾਰਾਂ ਦੀਆਂ ਪਿੱਠਾਂ ਜੋੜ ਕੇ ਸ਼ਸਤਰ ਤਿਆਰ ਕਰ ਦਿੱਤਾ। ਜਦੋਂ ਸਰਬ ਲੋਹ ਦੇ ਬਾਟੇ 'ਚ ਫੇਰਿਆ, 2 ਧਾਰਾ ਖੰਡਾ, ਉਹਦੀ ਤਸੀਰ ਜਿਹਦੇ ਅੰਦਰ ਚਲੇ ਗਈ। ਜਿਹੜਾ ਰਹਿਤਾਂ ਵਿੱਚ ਪ੍ਰਪੱਕ ਤੇ ਕ੍ਰੈਤਾ ਤੋਂ ਦੂਰ ਹੋ ਗਿਆ। ਮੈਂ ਗੱਲ ਉਹਨਾਂ ਦੀ ਕਰ ਰਿਹਾ ਹਾਂ, ਰਹਿਤਾਂ 'ਚ ਪ੍ਰਪੱਕ ਤੇ ਕ੍ਰੈਤਾ ਤੋਂ ਦੂਰ, ਕੇਵਲ ਅੰਮ੍ਰਿਤ ਛਕਣ ਵਾਲਿਆਂ ਦੀ ਗੱਲ ਨਹੀਂ। ਗੱਲ ਇਹ ਹੈ ਕਿ ਜੋ ਗੁਰੂ ਨੇ ਅਸੂਲ ਦੱਸੇ ਨੇ ਸਾਨੂੰ, ਸਿੱਖ ਦਾ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ ਹੈ। ਅੱਜ ਕੋਈ ਚਰਿੱਤਰਹੀਣ ਹੋਵੇ, ਕਰੈਕਟਰ ਲੈਸ ਹੋਵੇ, ਉਹਨੂੰ ਅਸੀਂ ਆਪਣਾ ਰੋਲ ਮਾਡਲ ਮੰਨਣ ਲੱਗ ਪਈਏ। ਇਹ ਕਿਤੇ ਸਾਨੂੰ ਮਾਫੀ ਨਹੀਂ ਹੈਗੀ ਜੀ। ਮਹਾਰਾਜ ਦਾ ਜੀਵਨ ਪੜ੍ਹ ਕੇ ਦੇਖੋ, ਮਹਾਰਾਜ ਕਹਿੰਦੇ ਨੇ ਆਪਣੇ ਕਰੈਕਟਰ ਨੂੰ ਉੱਚਾ ਤੇ ਸੁੱਚਾ ਰੱਖੀਆਂ। ਤੇਰੀਆਂ ਨਜ਼ਰਾਂ ਵੇਖਣ ਤੇ ਕੀ ਵੇਖਣ, ਤੇਰੀ ਜ਼ਬਾਨ ਬੋਲੇ ਤੇ ਕੀ ਬੋਲੇ, ਤੇਰੇ ਕੰਨ ਸੁਣਨ ਤੇ ਕੀ ਸੁਣਨ। ਇਹ ਗੁਰੂ ਮਹਾਰਾਜ ਗੁਰੂ ਅਮਰਦਾਸ ਤੀਸਰੇ ਜਾਮੇ 'ਚ ਸਾਨੂੰ ਦੱਸ ਗਏ ਸੀ। ਉਹ 10ਵੇਂ ਜਾਮੇ ਵਿੱਚ ਤੇ ਗੱਲ ਕੁਝ ਹੋਰ ਸੀ। ਅਸੀਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਨੰਦ ਸਾਹਿਬ ਦੀ ਬਾਣੀ ਤੇ ਨਹੀਂ ਚੱਲ ਸਕੇ। ਜੇ ਕਿਤੇ ਚੱਲਦੇ ਹੁੰਦੇ ਤੇ ਕਦੇ ਵੀ ਐਸਾ ਨਹੀਂ ਹੁੰਦਾ ਕਿ ਆਪੂ ਹੀ ਬਣਾ ਕੇ ਸ਼ਹੀਦ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੰਦੇ ਤੇ ਆਪੂ ਹੀ ਆਪਣਾ ਜਿਹੜਾ ਰੋਲ ਮਾਡਲ ਹੈ ਉਹਨੂੰ ਪੇਸ਼ ਕਰ ਦਿੰਦੇ। ਹਾਂ, ਇਹ ਘਰ ਬਾਬੇ ਦਾ ਸਾਰਿਆਂ ਲਈ ਸਾਂਝਾ ਹੈ। ਕਿਸੇ ਧਰਮ ਦਾ ਬੰਦਾ ਵੀ ਆਵੇ, ਪਰ ਸਿੱਖ ਵਾਸਤੇ ਸਿੱਖੀ ਲਈ ਪਾਬੰਦ ਹੋਣਾ, ਅਸੂਲਾਂ ਦਾ ਪਾਬੰਦ ਹੋਣਾ, ਇਹ ਅਹਿਮ ਗੱਲ ਹੈ। ਪਹਿਨ ਕੇ ਪੀਰੀ ਤੇ ਮੀਰੀ ਦੀਆਂ ਤੇਗਾਂ, ਇਸ ਜਾਤ ਕੇ ਸੀਸ ਉੱਤੇ ਦੋਹਰੀ ਦਸਤਾਰ, ਲਾ ਕੇ ਮੱਥੇ ਤੇ ਹਿਰਿਆ ਜੜੀ ਕਲਗੀ। ਗੁਰੂ ਹਰਗੋਬਿੰਦ ਪਾਤਸ਼ਾਹ ਕੌਮ ਨੂੰ ਸੁਨੇਹਾ ਜਿਹੜਾ ਦੇ ਰਹੇ ਨੇ, ਉਹਨੂੰ ਇਹਨੇ ਸ਼ਬਦ ਵਿੱਚ ਢਾਡੀ ਜਥਾ ਹੈ।
की शहादत कौम की तकदीर होती है। मोहब्बत बदन की वो बोलती तस्वीर होती है। क्या पाएगा सुख चैन, क्या पाएगा सुख चैन जो दुख सह नहीं सकता। जिसे मरना नहीं आता वो जिंदा रह नहीं सकता। जिसे मरना नहीं आता वो जिंदा रह नहीं सकता। पंज प्याले पंज पीर छठम पीर बैठा गुरपारी छेवां पीर वाह। रह गया जाहर पीर जगत गुर बाबा। ਇੱਥੋਂ ਸ਼ੁਰੂ ਕੀਤੀ ਸੀ ਗੱਲ ਆਪਾਂ। ਉਹ ਪੀਰਾਂ ਦਾ ਪੀਰ ਕੌਣ? ਗੁਰੂ ਨਾਨਕ ਮਹਾਰਾਜ। ਪੀਰਾਂ ਦੇ ਪੀਰ ਹੋਏ ਪੀਰ ਦਸਤਗੀਰ ਵਰਗਿਆਂ ਨੇ ਉਹਨਾਂ ਦੀ ਪੀਰੀ ਅੱਗੇ ਸਿਰ ਝੁਕਾਤਾ। ਵੱਡੇ ਵੱਡੇ ਪੀਰ ਹਮਜਾ ਗੌਸ ਵਰਗੇ ਮੰਨ ਗਏ। ਵਾਹ ਜੀ ਵਾਹ। ਕਿੰਨਿਆਂ ਕੁ ਦੀ ਗੱਲ ਕਰੀਏ ਵਲੀ ਕੰਧਾਰੀ ਵਰਗੇ ਉਹ ਵੀ ਚਰਨਾਂ ਤੇ ਡਿੱਗੇ ਨੇ। ਕਿੰਨੇ ਮੁੱਲਾ ਮਲਾਣੇ ਕਾਜੀ ਹਾਜੀ ਪੀਰ ਅਵਤਾਰ ਇਹ ਮੰਨਦੇ ਨੇ ਕਿ ਗੁਰੂ ਨਾਨਕ ਮਹਾਰਾਜ ਉਹਨਾਂ ਦੀ ਅਜ਼ਮਤ ਜਿਹੜੀ ਉਹਨਾਂ ਦੀ ਅਜ਼ਮਤ ਦੇ ਬਰਾਬਰ ਕਿਸੇ ਦੀ ਅਜ਼ਮਤ ਨਹੀਂ ਕਰ ਸਕਦੀ ਜੀ। ਉਹ ਜਾਹਰ ਪੀਰ ਹੈ ਉਹ ਕਾਬੇ 'ਚ ਵੀ ਪ੍ਰਗਟ ਹੋਇਆ। ਬਾਬੇ ਨਾਨਕ ਦੇ ਚਰਨਾਂ ਦੀ ਖੜਾਂ ਨੂੰ ਕੁਝ ਸਮਾਂ ਕਾਬੇ ਸੰਗੇ ਅਸਵਦ ਤੇ ਰੱਖ ਕੇ ਮੁਸਲਮਾਨਾਂ ਪੂਜਿਆ ਸੀ। ਫਿਰ ਅੱਜ ਕੱਲ ਉਹ ਖੜਾਂ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਹੈ ਉਥੋਂ ਦੇ ਪੀਰ ਲਾਇਆ ਸੀ ਦਾਵਾ ਜਤਾ ਕੇ ਕਿ ਸਾਡੇ ਵੱਡੇ ਪੁਰਖੇ ਮਰੀਦ ਬਣੇ ਸੀ। 300 ਤੋਂ ਵੱਧ ਗਿਣਤੀ ਉਸ ਵੇਲੇ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਦੇ ਮਰੀਦ ਬਣ ਗਏ ਸਨ ਕਾਬੇ ਦੇ ਵਿੱਚ। ਇਤਿਹਾਸ ਹੈ ਉਹ ਹੈ ਸਾਡਾ ਪੀਰ। ਅੱਜ ਤੇ ਪੰਜਾਬ ਜਾਓ ਹੁਣ ਤੇ ਪੀਰਾਂ ਦਾ ਹੀ ਨਹੀਂ ਪਤਾ ਲੱਗਦਾ ਕਿੰਨੇ ਕਿੰਨੇ। ਜਿੱਥੇ ਹਰਾ ਝੰਡਾ ਵੇਖਿਆ ਨਹੀਂ ਤੇ ਸਿੱਖ ਨੇ ਮੱਥਾ ਟੇਕਿਆ। ਚੰਗੇ ਭਲੇ ਮੈਂ ਵੇਖਿਆ ਜਥੇਦਾਰ ਵੀ ਨਾ ਵੀਰਵਾਰ ਵਾਲੇ ਦਿਨ ਨਿਆਜ਼ਾ ਮੰਡੀ ਜਾਂਦੇ। ਕਬਰ ਥੱਲੇ ਕੋਈ ਮੁਰਦਾ ਹੋਵੇਗਾ ਨਾ ਜਦੋਂ ਸਿੱਖ ਦਾ ਸਿਰ ਕਬਰ ਵੱਲ ਝੁਕਦਾ ਹੈ ਇਹਦਾ ਮਤਲਬ ਹੀ ਉਹ ਦੁਨੀਆ ਦੇ ਮਗਰ ਲੱਗਾ ਹੈ। ਗੱਲ ਫਿਰ ਹੋ ਗਈ ਜੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੁੰਦਾ ਗੁਰੂ ਦੀ ਸਿੱਖਿਆ ਤੇ ਚੱਲਿਆ ਹੁੰਦਾ ਤੇ ਫਿਰ ਤਾਂ ਨਹੀਂ ਸੀ ਐਸਾ ਹੋਣਾ। ਉਹ ਦੁਨੀਆ ਦੇ ਮਗਰ ਲੱਗਾ ਵੀ ਦੁਨੀਆ ਵੀ ਤੇ ਮੰਨਦੀ ਹੈ ਮੈਨੂੰ ਕੀ ਗੱਲ ਆ ਮੈਂ ਵੀ ਮੱਥਾ ਟੇਕ ਲੈਣਾ। ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ। एक नान ਜਦੋਂ ਇਹ ਤੁਸੀਂ ਪੜੋਗੇ ਤੇ ਫਿਰ ਕਿਵੇਂ ਕਬਰ ਤੇ ਸਿਰ ਝੁਕ ਜਾਏਗਾ। ਇਹ ਕਬਰਾਂ ਮੁਰਦਿਆਂ ਦੀ ਨਿਆਈ ਹੈ ਜੀ। ਕਿਸੇ ਕਬਰ ਥੱਲੇ ਮੁਰਦਾ ਹੀ ਹੋਵੇਗਾ ਨਾ। ਇਹ ਮਰਦਾਂ ਦੀ ਕੌਮ ਸਾਜੀ ਮਹਾਰਾਜ ਨੇ ਕਿਹਾ ਪੂਜਾ ਅਕਾਲ ਦੀ। ਅਕਾਲ ਅਕਾਲ ਕਾਲ ਤੋਂ ਰਹਿ ਬਾਕੀ ਸਾਰੇ ਕਾਲ ਦੇ ਵਸ ਨੇ ਨਾ। ਅਕਾਲ ਪ੍ਰਮਾਤਮਾ ਜਿਹੜਾ ਸਰਵ ਸ਼ਕਤੀਮਾਨ ਹੈ ਜਿਹਦੀ ਹੋਂਦ ਖਤਮ ਹੋਣ ਵਾਲੀ ਨਹੀਂ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ। ਇੱਥੋਂ ਤੇ ਮਹਾਰਾਜ ਨੇ ਸ਼ੁਰੂ ਕੀਤੀ ਗੱਲ। ਫਿਰ ਦੱਸਿਆ ਉਹ ਹੈ ਇੱਕ ਓੰਕਾਰ। ਮਹਾਰਾਜ ਨੇ ਸਭ ਤੋਂ ਪਹਿਲਾਂ ਉਚਾਰਨ ਕੀਤਾ ਇੱਕ ਹੈ ਜੀ। ਅਕਾਲ ਦੇ ਪੁਜਾਰੀ ਜਿਹੜੇ ਨੇ ਜੇ ਉਹ ਰਸਤਿਆਂ ਤੇ ਚੱਲਣ ਇਹਦਾ ਮਤਲਬ ਹੀ ਨਹੀਂ ਸਮਝਿਆ ਗੁਰੂ ਦੀ ਵਿਚਾਰਧਾਰਾ ਨੂੰ। ਸਤਿਗੁਰੂ ਮਹਾਰਾਜ ਨੇ ਕਿੱਧਰ ਲਾਇਆ ਸੀ ਤੇ ਕਿੱਧਰ ਚਲੇ ਗਏ। ਗੁਰੂ ਨਾਨਕ ਪੀਰ ਗੁਰੂ ਅੰਗਦ ਪੀਰ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਹੈ। ਪੰਜ ਪਿਆਲੇ ਪੰਜ ਪੀਰ। ਪਿਆਲੇ ਜਿਹੜੇ ਨੇ ਉਹ ਸੱਤ ਸੰਤੋਖ ਦਇਆ ਧਰਮ ਤੇ ਧੀਰਜ ਸੱਤ ਕਹਿ ਤੇ ਦਿੰਨੇ ਅਸੀਂ ਸੱਤ ਬਚਨ ਪਰ ਔਖੀ ਗੱਲ। ਸੱਤ ਬਚਨ ਕਹਿਣ ਨਾਲ ਬੰਦੇ ਨੂੰ ਹੋ ਸਕਦਾ ਸ਼ਹੀਦ ਵੀ ਹੋਣਾ ਪਵੇ ਜੀ ਮਰਨਾ ਵੀ ਪਵੇ। ਸੱਤ ਬਚਨ ਕਹਿਣਾ ਤੇ ਸੌਖਾ ਪਰ ਕਮਾਉਣਾ ਬੜਾ ਔਖਾ ਹੈ। ਸੰਤੋਖੀ ਵੇਲੇ ਨੇ ਬਥੇਰੀ ਮਾਇਆ ਆ ਜਾਂਦੀ ਸਾਡੇ ਕੋਲ ਵੀ। ਵੱਡੇ ਵੱਡੇ ਬਿਜ਼ਨਸਮੈਨ ਕਾਰੋਬਾਰ ਵੱਡੇ ਜਿਨ੍ਹਾਂ ਦੇ ਹੈ ਸੰਤੋਖ ਕਿੱਥੇ ਹੈ? ਸਾਡੀ ਲੀਡਰਸ਼ਿਪ ਵਾਲੀ ਵੇਖ ਲਓ। ਸੰਤੋਖੀ ਹੋਣਾ ਬੜੀ ਦੂਰ ਦੀ ਗੱਲ ਹੈ। ਇਹ ਗੁਣ ਨੇ ਗੁਣਾ ਰੂਪੀ ਪਿਆਲੇ ਨੇ। ਸੱਤ ਸੰਤੋਖ ਫਿਰ ਦਇਆ
ਧਰਮ ਤੇ ਧੀਰਜ, ਇਹ ਥਾਮੀ ਕਹਿ ਲਈਏ ਆਪਾਂ। ਇਹ 5 ਪਿਆਲੇ ਜਿਹੜੇ ਭਾਈ ਗੁਰਦਾਸ ਨੇ ਜ਼ਿਕਰ ਕੀਤਾ, ਜਿਨ੍ਹਾਂ ਦਾ ਵੀ ਇਹ ਗੁਣਾ ਰੂਪੀ ਪਿਆਲੇ ਮਿਲੇ ਨੇ ਗੁਰੂ ਹਰਗੋਬਿੰਦ ਮਹਾਰਾਜ। ਫਿਰ 5 ਪੀਰ, ਹੁਣ ਕਹਿੰਦੇ 6ਵਾਂ ਪੀਰ ਬਹਿ ਗਿਆ, ਛਟਮ ਪੀਰ ਬੈਠਾ ਗੁਰਪਾਲ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੀ। ਨਾਲ ਭੰਜਨ ਗੁਰ ਸੂਰਮਾ ਵੱਡ ਯੋਧਾ ਹਮ ਪਰਉਪਕਾਰੀ। ਐਸਾ ਬਲੀ ਯੋਧਾ ਸੂਰਮਾ ਗੁਰੂ ਹੈ ਜੀ। ਉਹਨਾਂ ਨੇ ਵੱਡਾ ਪਰਉਪਕਾਰ ਇਹ ਕੀਤਾ ਕਿ ਸਿੱਖ ਨੂੰ ਹਮੇਸ਼ਾ ਇਹ ਸੁਨੇਹਾ ਦੇਣ ਵਾਸਤੇ ਕਿ ਕਿਸੇ ਤੇ ਜ਼ਬਰ ਜ਼ੋਰ ਜ਼ੁਲਮ ਅਤਿਆਚਾਰ ਹੋਵੇ, ਪਹਿਲਾਂ ਸੰਤ ਬਣੀ ਤੇ ਫਿਰ ਸੰਤ ਬਣ ਕੇ ਭਗਤੀ ਚ ਪਰਪੱਕ ਹੋ ਕੇ ਮਾਲਾ ਦੇ ਨਾਲ ਨਾਲ ਹੱਥ ਵਿੱਚ ਤੇਗ ਲੈ ਕੇ ਜ਼ਬਰ ਦੇ ਖਿਲਾਫ ਵੀ ਉੱਠ ਖਲੋਈ। ਉਹਨਾਂ ਨੂੰ ਕਿਹਾ ਜਿਹੜੇ ਭਗਤੀ ਚ ਪਰਪੱਕ ਹੈ, ਐਵੇਂ ਨਹੀਂ ਵੀ ਅਸੀਂ ਹਾਲਾ ਲਾਲਾ ਕਰਨੀ ਜਿਹੜੀ ਅੱਜ ਹੋ ਰਹੀ ਹੈ ਜੀ। ਜਿੰਨੀ ਦੇਰ ਤੱਕ ਤੁਹਾਡਾ ਸਿਮਰਨ ਪੱਕਾ ਨਹੀਂ, ਉਨੀ ਦੇਰ ਤੱਕ ਸਿਪਾਹੀ ਬਣ ਕੇ ਐਵੇਂ ਨਾ ਲੋਕਾਂ ਨੂੰ ਦੱਸਦੇ ਫਿਰੋ ਕਿ ਮੇਰੇ ਅੰਦਰ ਬੜਾ ਜਜ਼ਬਾ, ਮੈਂ ਕੌਮ ਲਈ ਲੜਿਆ, ਮੈਂ ਤੇ ਮਰਨਾ ਪਵੇ ਮਰ ਵੀ ਜਾਵਾਂਗਾ ਤੇ ਬਾਅਦ ਵਿੱਚ ਕੌਮੀ ਸ਼ਹੀਦ ਦਾ ਦਰਜਾ ਵੀ ਮਿਲ ਜਾਏਗਾ। ਏਦਾਂ ਵੀ ਹੋ ਜਾਂਦਾ। ਬੋਲ ਲੈਣਾ, ਅੰਦਰ ਜਜ਼ਬਾ ਰੱਖ ਲੈਣਾ, ਗੱਲ ਵੱਖਰੀ ਹੈ। ਮਹਾਰਾਜ ਨੇ ਕਿਹਾ ਸੰਤ ਭਗਤੀ ਚ ਪ੍ਰਪੱਕ, ਪੀਰੀ ਦੇ ਵਿੱਚ ਸ਼ਸਤਰ 6ਵੇਂ ਪਾਤਸ਼ਾਹ ਵੇਲੇ ਆਏ। ਪਹਿਲਾਂ ਸ਼ਬਦ ਦੀ ਖੜਗ ਹੈ, ਸ਼ਬਦ ਦੀ ਖੜਗ ਲੈ ਕੇ ਤੁਰਿਆ, ਵਿਚਾਰ ਲੈ ਕੇ ਤੁਰਿਆ ਬਾਬਾ। ਉਹਦੇ ਵਿਚਾਰ ਹੀ ਐਸੇ ਕਾਇਲ ਕਰ ਗਏ ਕਿ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੇ, ਰਾਜਾ ਬਾਬਰ ਬਾਦਸ਼ਾਹ ਤੋਂ ਵੱਡੀ ਗੱਲ ਕੀ ਹੋ ਸਕਦੀ, ਉਹ ਵੀ ਬਾਬੇ ਦੇ ਚਰਨਾਂ ਤੇ ਡਿੱਗਿਆ। ਪੀਰੀ ਦੀ ਜਿੱਤ ਨਾ, ਪੀਰੀ ਦੀ, ਪੀਰੀ ਨਾਲ ਮੀਰੀ ਟਕਰਾਈ ਹੈ। ਮੈਂ ਵਾਰ ਕਹਿਣ ਲੱਗਾ, ਪੀਰੀ ਤੇ ਮੀਰੀ ਕਿਵੇਂ ਟੱਕਰ ਹੁੰਦੀ ਰਹੀ? ਭਗਤੀ ਦੀ ਪੀਰੀ ਦੀ ਮੀਰੀ ਨਾਲ, ਰਾਜਨੀਤੀ ਨਾਲ, ਹਕੂਮਤ ਨਾਲ, ਬਾਦਸ਼ਾਹ ਦੇ ਨਾਲ, ਇੱਕ ਸੰਤ ਦੀ, ਇੱਕ ਭਗਤ ਦੀ, ਇੱਕ ਪੀਰ ਦੀ ਟੱਕਰ ਹੋਈ ਏਮਨਾਬਾਦ ਦੀ ਧਰਤੀ ਤੇ। ਲੋਕਾਂ ਨੇ ਵੇਖਿਆ ਇੱਕ ਪਾਸੇ ਬਾਬਰ ਹੈ, ਫਨਾ ਕਰਦਾ ਆ ਰਿਹਾ ਸਭ ਕੁਝ, ਹਕੂਮਤ ਦਾ ਨਸ਼ਾ, ਰਾਜ ਦਾ ਨਸ਼ਾ, ਤਖਤੋ ਤਾਜ ਦਾ ਨਸ਼ਾ, ਸ਼ਰਾਬ ਦਾ ਨਸ਼ਾ ਲੜਖੜਾਉਂਦਾ ਹੈ। ਕੰਨਾਂ 'ਚ ਆਵਾਜ਼ ਪੈਂਦੀ ਹੈ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ, ਕਰਤਾ ਜੰਮ ਕਰ ਮੁਗਲ ਚੜਾਇਆ। ਸਹਿਣਾ ਔਖਾ ਹੋ ਗਿਆ ਇਸ ਖੜਗ ਨੂੰ, ਸ਼ਬਦਾਂ ਦੇ ਵਾਰ ਨੂੰ। ਸਾਰਾ ਹੀ ਨਸ਼ਾ ਲੈ ਗਿਆ ਜਦੋਂ ਬਾਬੇ ਦੇ ਸਾਹਮਣੇ ਆਇਆ। ਲੋਕਾਂ ਵੇਖਿਆ, ਉਹ ਬਾਬਾ ਜੀ ਨੇ ਕਿਹਾ ਸੀ ਬਾਬਰ ਤੂੰ ਜਾਬਰ ਹੈ, ਉਹਦੀ ਪੀਰੀ ਟਕਰਾਈ ਉਹ ਬਾਬਰ ਦੀ ਮੀਰੀ ਨਾਲ, ਤੇ ਬਾਬਰ ਨੇ ਮੰਨਿਆ ਤੇ ਬੰਨੀਆਂ ਹੋਈਆਂ ਢੱਕਾਂ ਨੂੰ ਛੱਡ ਦਿੱਤਾ ਸੀ ਗੁਰੂ ਦੇ ਕਹਿਣ ਤੇ। ਇਹ ਸੀ ਗੁਰੂ ਦੀ ਵਿਚਾਰ, ਗੁਰੂ ਦਾ ਪਰਉਪਕਾਰ ਤੇ ਪੀਰੀ ਹੀ। ਇਸ ਪੀਰੀ ਅੱਗੇ ਬਾਬਰ ਦੀ ਮੀਰੀ ਝੁਕ ਗਈ, ਹਾਰ ਮੰਨ ਲਈ ਹਕੂਮਤ ਨੇ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਾਹਮਣੇ ਬਾਬਰ ਦਾ ਪੁੱਤਰ ਕਨੌਜ ਦਾ ਮੈਦਾਨ ਹਾਰ ਕੇ ਆਇਆ, ਤਲਵਾਰ ਨੂੰ ਹੱਥ ਪਾਇਆ। ਜਿਸ ਬਾਬੇ ਨੇ ਕਿਹਾ ਸੀ ਨਾ ਬਾਬਰ ਤੂੰ ਜਾਬਰ ਹੈ, ਉਹਦੇ ਗੱਦੀ ਨਸ਼ੀਨ ਨੇ ਕਿਹਾ ਹਮਾਜੂ ਇਹ ਬੁਜ਼ਦਿਲੀ ਤੇ ਕੈਰਤਾ ਹੈ। ਜਿਹੜੀ ਇੱਕ ਤੇਗ ਇੱਕ ਫਕੀਰ ਤੇ ਚੁੱਕਣ ਲੱਗਾ ਹੈ ਨਾ, ਸੰਤ ਤੇ, ਇਹ ਸ਼ੇਰ ਸ਼ਾਹ ਸੂਰੀ ਅੱਗੇ ਕਿਉਂ ਠੁੰਡੀ ਹੋ ਗਈ? ਜਿੱਤ ਪੀਰੀ ਦੀ ਹੋਈ, ਮੀਰੀ ਫਿਰ ਹਾਰੀ। ਅਕਬਰ ਆਇਆ ਨੰਗੇ ਪੈਰੀ ਚੱਲ ਕੇ ਜ਼ਿਕਰ ਕੀਤਾ ਹੈ ਪੀਰੀ ਦੀ ਜਿੱਤ ਸੀ ਤੇ ਮੀਰੀ ਦੀ ਹਾਰ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪੀਰੀ ਵਿੱਚ ਪ੍ਰਪੱਕਤਾ ਦਿਖਾਉਂਦੇ, ਜਿੱਦਾਂ ਦੀ ਸਮਾਧੀ ਹਰਮੰਦਰ ਸਾਹਿਬ ਲਾਉਂਦੇ ਨੇ ਉਦਾਂ ਦੀ ਤਪਦੀ ਤਵੀ ਤੇ ਲਾਉਂਦੇ ਆ, ਫਰਕ ਕੋਈ ਨਹੀਂ। ਆਖੋ ਸਤਨਾਮ। ਸਮਾਧੀ 'ਚ ਫਰਕ ਨਹੀਂ, ਸਮਾਧੀ ਅਡੋਲ ਹੈ। ਅਡੋਲ ਇਸੇ ਕਰਕੇ ਹੀ ਹੈ, ਪੀਰੀ ਹੈ ਨਾ ਰੱਬ ਦੀ ਭਗਤੀ ਕੋਲ ਹੈ। ਅਸੀਂ ਕੋਈ ਕਿਤੇ ਬਿਆਨ ਦੇਤਾ, ਇੱਥੇ ਕੁਝ ਕਹਿਤਾ ਤੇ ਮੁੜ ਕੇ ਕੁਝ ਕਹਿਤਾ। ਜਿਹੜਾ ਬੰਦਾ ਆਪਣੇ ਵਿਚਾਰਾਂ ਤੇ ਹੀ ਪੱਕਾ ਨਹੀਂ, ਖਿਮਾ ਕਰਨਾ, ਸਟੇਟਮੈਂਟ ਜਿਹੜੀ ਦੇਣੀ ਹੁੰਦੀ ਹੈ ਲੋਕਾਂ ਨੂੰ, ਜਿਹਨੂੰ ਲੋਕ ਫੋਲੋ ਕਰਦੇ, ਜਿਹਨੂੰ ਲੋਕ ਮੰਨਦੇ ਨੇ, ਜਿਹਦੀ ਗੱਲ ਸੁਣਦੇ ਨੇ, ਜੇ ਉਹ ਬੰਦਾ ਹੀ ਇੱਥੇ ਮੇਰੇ ਵਰਗਾ ਸਟੇਜ ਤੇ ਕੁਝ ਹੋਰ ਕਹਿ ਰਿਹਾ, ਦੂਜੇ ਤੀਜੇ ਦਿਨ ਆ ਕੇ ਇਸੇ ਹੀ ਸਟੇਜ ਤੇ ਫਿਰ ਕਹਿ ਰਿਹਾ ਉੱਥੇ ਕੁਝ ਹੋਰ ਕਹਿ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਜ਼ਫਰਨਾਮੇ ਵਿੱਚ ਔਰੰਗੇ ਨੂੰ ਨਹੀਂ ਸੀ ਬਖਸ਼ਿਆ ਇਸ ਗੱਲ ਤੋਂ ਵੀ ਬੰਦੇ ਦੀ ਜਿਹਦੀ ਜ਼ਬਾਨ ਤੇ ਕੁਝ ਹੋਰ ਹੋਵੇ, ਅੰਦਰ ਕੁਝ ਹੋਰ ਹੋਵੇ, ਉਹ ਤੇ ਮਰਦੀ ਨਹੀਂ ਮੈਂ ਮੰਨਦਾ ਉਹਨੂੰ। ਤੂੰ ਬਾਦਸ਼ਾਹ ਬਣਿਆ ਬੈਠਾ ਆਪਣੇ ਆਪ 'ਚ, ਤੇਰੀ ਜ਼ਬਾਨ, ਤੂੰ ਆਪਣੇ ਨਾਮ ਦੇ ਵਿੱਚੋਂ ਜਾਂ ਜੇਬ ਕੱਢ ਦੇ, ਔਰੰਗਜ਼ੇਬ,
ਨਾ ਸੀ ਨਾ ਇਹਦਾ ਅਰਥ ਹੈ ਤਖਤ ਦੀ ਸ਼ਾਨ। ਅੱਛਾ ਮਹਾਰਾਜ ਕਹਿੰਦੇ ਜਾਂ ਤੂੰ ਆਪਣੇ ਨਾਂ ਦੇ ਵਿੱਚੋਂ ਜੇਬ ਕੱਢ ਦੇ ਤੇ ਜਾਂ ਆਪਣੇ ਮਨ ਵਿੱਚੋਂ ਫਰੇਬ ਕੱਢ ਦੇ। ਆਹਾ ਅੰਦਰ ਤੇਰੇ ਕੁਝ ਹੋਰ ਹੈ, ਜ਼ਬਾਨ ਤੇ ਤੇਰੇ ਕੁਝ ਹੋਰ ਹੈ। ਚਿਹਰਾ ਪੜਨ ਵਾਲੇ ਬੜੇ ਘੱਟ ਹੁੰਦੇ ਨੇ ਜਿਹੜੇ ਬੰਦੇ ਚਿਹਰਾ ਪੜ ਲੈਣ ਬਈ ਇਹਦੇ ਅੰਦਰ ਦੀ ਗੱਲ ਕੁਝ ਹੋਰ ਹੈ, ਇਹਦੇ ਜ਼ਬਾਨ ਤੋਂ ਕੁਝ ਹੋਰ ਹੈ। ਪਰ ਮਾਫ ਕਰਨਾ, ਅਸੀਂ ਜ਼ਬਾਨ ਤੋਂ ਬੋਲਿਆ ਬਹੁਤ ਜਲਦੀ ਮੰਨਦੇ ਹਾਂ ਜੀ। ਅੰਦਰ ਨੂੰ ਸਵਾਰਨ ਦੀ ਨਾ ਆਪ ਕੋਸ਼ਿਸ਼ ਕੀਤੀ। ਪਹਿਲੀ ਗੱਲ ਤੇ ਸਿੱਖ ਹੀ ਨਹੀਂ ਸਿੱਖ ਨੂੰ ਸਮਝ ਰਿਹਾ। ਮਹਾਰਾਜ ਨੇ ਤੇ ਕਿਹਾ ਸਿੱਖ ਤੇ ਬ੍ਰਹਮ ਗਿਆਨੀ ਹੋ ਸਕਦਾ, ਬ੍ਰਹਮ ਗਿਆਨੀ ਕੀ ਗੱਤ। ब्रह्म ज्ञानी जाने ਅਗਲਾ ਵੀ ਹੋਵੇ ਤੇ ਤਾਂ ਹੀ ਜਾਣੇ ਨਾ, ਹਾਂ ਤੇ ਜੇ ਨਾ ਆਪ ਹੋਏ ਤੇ ਨਾ ਅਗਲਾ ਹੋਇਆ ਤੇ ਫਿਰ ਰੌਲਾ ਕਾਹਦਾ ਪਿਆ ਗਿਆ। ਇਹ ਤੇ ਗੁਰੂ ਹੀ ਕਿਰਪਾ ਕਰੇ ਤੇ ਸਾਡੀ ਸਮਝ ਵਿੱਚ ਆਵੇ ਨਾ ਗੱਲ। ਇਹ ਪੀਰੀ ਸੀ, ਚਲਦੀ ਰਹੀ, ਟੱਕਰ ਚਲਦੀ ਰਹੀ ਮੀਰੀ ਦੇ ਨਾਲ। ਆਖਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਪੀਰੀ ਦਾ ਜਲਵਾ ਵਿਖਾਇਆ। ਸਰੀਰ ਦੀ ਚਰਬੀ ਢਲ ਢਲ ਕੇ ਪੱਠੀ ਵਿੱਚ ਪੈ ਰਹੀ ਸੀ, ਅਡੋਲ ਸਮਾਧੀ ਲੱਗੀ ਰਹੀ। ਤਪਦੀ ਤਵੀ ਤੇ ਬੈਠੇ ਉਬਲਦੀ ਦੇਖ ਚਬਾਲਿਆ, ਬੜੇ ਤਸੀਹੇ ਦਿੱਤੇ। 5 ਦਿਨ ਅਕਾਇ ਅਸਾਇ ਕਸ਼ਟ ਸਹਾਰਦੇ ਮਹਾਰਾਜ ਪੀਰੀ ਨੂੰ ਪੱਕਿਆਂ ਕਰਕੇ ਤੇ ਮੀਰੀ ਦਾ ਸੁਨੇਹਾ ਦੇ ਕੇ ਸ਼ਹੀਦ ਹੋ ਗਏ। ਅੱਜ ਉਸ ਪੀਰੀ ਵਿੱਚੋਂ ਮੀਰੀ ਦਾ ਜਨਮ ਹੋ ਗਿਆ। ਇੱਕ ਪੀਰੀ ਚੋਂ ਮੀਰੀ ਗੁਰੂ ਨਾਨਕ ਮਹਾਰਾਜ ਵੇਲੇ ਜਨਮੀ ਹੈ, ਦੂਸਰੀ ਮੀਰੀ ਬਾਬਰ ਕਿਆ ਦੇ ਕੋਲ ਸੀ ਜਿਨ੍ਹਾਂ ਨੇ ਲੋਕਾਂ ਤੇ ਜ਼ੁਲਮ ਕੀਤਾ। ਫਰਕ ਇਹ ਸੀ ਕਿ ਮਹਾਰਾਜ ਨੇ ਕਿਹਾ ਉਹੀ ਨੌਜਵਾਨ ਮੇਰੇ ਸਾਹਮਣੇ ਆਉਣ ਜਿਨ੍ਹਾਂ ਨੇ ਸਿੱਖੀ ਨੂੰ ਕਮਾ ਲਿਆ। ਜੀ ਮੈਨੂੰ ਜਵਾਨੀਆਂ ਦੀ ਲੋੜ ਹੈ। ਉਹ ਜਵਾਨੀਆਂ ਕੌਮ ਦੇ ਲੇਖੇ ਲੱਗ ਜਾਣ, ਧਰਮ ਦੇ ਲੇਖੇ ਲੱਗ ਜਾਣ, ਸਫਲ ਹੋ ਜਾਏ ਉਹਨਾਂ ਦਾ ਜੀਵਨ, ਸਫਲ ਹੋ ਜਾਏ ਉਹਨਾਂ ਦਾ ਮਰਨਾ। ਜਿਹੜੇ ਇਸ ਸ਼ਬਦ ਨੂੰ ਕਮਾ ਕੇ ਆਏ ਨੇ ਮੇਰੇ ਸਾਹਮਣੇ, ਉਹੀ ਜਾਣ ਮੈਦਾਨੇ ਜੰਗ ਵਿੱਚ ਗਗਨ ਦਮਾਮਾ बाजी ਬਾਜਿਓ ਪਰਿਓ ਨਿਸ਼ਾਨੇ। ਕਹੋ ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕਹੋ। ਕਹੋ। ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਮੰਗ ਕੀਤੀ। ਜੀ ਇੱਕੋ ਪਿੰਡ ਵਿੱਚੋਂ 52 ਉੱਠ ਕੇ ਆ ਗਏ, ਸਾਹਮਣੇ ਖਲੋ ਗਏ। ਫੌਜ ਸ਼ੁਰੂ ਹੋ ਗਈ ਬਣਨੀ। ਕਹਿਣ ਦਾ ਮਤਲਬ ਮਹਾਰਾਜ ਨੇ ਹਕੂਮਤ ਵੱਲੋਂ ਜਿਹੜੇ ਬਣਾਏ ਕਾਨੂੰਨ ਸੀ ਉਹ ਸੀ ਗੁਲਾਮੀ ਦੇ। ਬਈ ਮੁਗਲਾਂ ਤੋਂ ਬਿਨਾਂ ਦੂਜਾ ਕੋਈ ਪੱਗ ਨਹੀਂ ਬੰਨ ਸਕਦਾ, ਕੋਈ ਹੋਰ ਦੂਜਾ ਘੋੜੇ ਤੇ ਸਵਾਰ ਨਹੀਂ ਹੋ ਸਕਦਾ, ਕੋਈ ਸ਼ਸਤਰ ਮੁਗਲਾਂ ਤੋਂ ਬਿਨਾਂ ਨਹੀਂ ਰੱਖ ਸਕਦਾ। ਇਹੀ ਸੀ ਨਾ ਪਾਬੰਦੀਆਂ, ਇਹੀ ਸੀ ਕਾਨੂੰਨ ਬਣੇ ਹੋਏ ਉਹਨਾਂ ਦੇ। ਜੀ ਮਹਾਰਾਜ ਕਹਿੰਦੇ ਗੁਲਾਮੀ ਹੈ ਅਧਿਕਾਰ। ਜੇ ਬਾਦਸ਼ਾਹ ਹੈ ਤੇ ਪ੍ਰਜਾ ਨੂੰ ਇੱਕ ਬਰਾਬਰ ਇੱਕ ਸਮਾਨ ਜਾਣੇ। ਜੀ ਪ੍ਰਜਾ ਬੱਚੇ ਨੇ ਤੇ ਰਾਜਾ ਬਾਦਸ਼ਾਹ ਜਿਹੜਾ ਉਹ ਬਾਪ ਹੁੰਦਾ ਹੈ। ਸੱਚ ਹੈ। ਤੇ ਜਿਹੜਾ ਬਾਪ ਫਰਕ ਸਮਝੇ, ਆਪਣੇ ਬੱਚਿਆਂ ਦੇ ਵਿੱਚ ਹੀ ਫਰਕ ਸਮਝੇ, ਉਹ ਫਿਰ ਬਹੁਤੀ ਦੇਰ ਤੱਕ ਰਾਜ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਹਕੂਮਤ ਸੁਣ। ਜਿਹੜੀ ਗੱਲ ਮੇਰੇ ਪਿਤਾ ਨੇ ਕਹੀ ਸੀ ਕਿ ਹੁਣ ਹਰ ਤੇ ਕੋ ਰੋਕਿਆ ਨਹੀਂ ਜਾਣਾ, ਜਿਹੜਾ ਚੜਨਾ ਹੈ। ਇਹ ਵਕਤ ਦੇ ਬਾਦਸ਼ਾਹ ਜਹਾਂਗੀਰ ਕੋਈ ਇੱਕ ਸ਼ਹੀਦ ਨਹੀਂ, ਹੁਣ ਸ਼ਹੀਦਾਂ ਦੇ ਗੰਜ ਖੜੇ ਹੋ ਜਾਣ। ਵਾਹ इस सदा को दबाना तो मुमकिन है, मगर बदलते वक्त की रफ्तार को कौन रोकेगा? फौशीले आतशाहन बहुत बुलंद सही, जी। वो ख्याल की ललकार को कौन रोकेगा? मेरे ख्यालों की प्रवास को रोकने वाले गोविंद की तलवार। कौन रोकेगा? इस संत दे नाल ना नहीं टक्कर। महाराज ने क्या सी जहांगीर सोना, ਹੁਣ ਐਸਾ ਸਮਾਂ ਆਏਗਾ ਮੇਰਾ ਇੱਕ ਇੱਕ ਸਿੱਖ ਜਿਹੜਾ ਸਿਪਾਹੀ ਬਣੇਗਾ। ਤੇ ਸਾਈਂ ਮੀਆਂ ਮੀਰ ਜਾਂਦਾ ਜਾਂਦਾ ਕਹਿ ਗਿਆ, ਉਹ ਕਹਿੰਦਾ ਇਸ ਸੰਤ ਦੇ ਨਾਲ ਨਾ ਲਈ ਟੱਕਰ ਫੌਜਾਂ ਹੁੰਦਿਆਂ ਹੋਵੇਗੀ ਹਾਂ ਹਾਂ ਤੇਰੀ ਇਹਦੇ ਸਬਰ ਦੀ ਅੱਗ ਜੇ ਭੜਕਦੀ ਬੰਗਰ ਜਾਏਗੀ ਖੂਨੀ ਤਾਰ ਤੇਰੀ। ਤੇ ਸਤਿਗੁਰੂ ਮਹਾਰਾਜ ਨੇ ਵੀ ਕਿਹਾ, ਕਹਿੰਦੇ ਸੁਣੋ ਆ ਗਿਆ ਜੇ ਸਮਾਂ। ਜਦੋਂ ਸ਼ਸਤਰਬੱਧ ਹੋਏ ਸਤਿਗੁਰੂ ਕਹਿੰਦੇ ਹਕੂਮਤ ਨੇ ਕਿਹਾ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ, ਤੁਸੀਂ 2-2 ਘੋੜਿਆਂ ਤੇ ਇੱਕ ਜਣਾ ਸਵਾਰ ਹੋ। ਉਹ ਤੇ ਇੱਕ ਘੋੜੇ ਦੀ ਗੱਲ ਕਰਦੇ ਨੇ ਨਾ, ਮੇਰੇ ਸਿੱਖ 2 ਘੋੜਿਆਂ ਤੇ ਕੱਲੇ ਕੱਲੇ ਸਵਾਰ ਹੋਣਗੇ। ਉੱਥੋਂ ਚੱਲੀ ਇਹ ਗੱਲ। ਅੱਜ ਨਿਹੰਗ ਸਿੰਘਾਂ ਨੂੰ ਵੇਖਦੇ ਹੋ ਨਾ ਤੁਸੀਂ, ਇੱਕ ਪੈਰ ਉਧਰ ਤੇ ਇੱਕ ਉਧਰ ਹੁੰਦਾ ਹੈ। ਇਹ ਮਹਾਰਾਜ ਨੇ ਕਿਹਾ ਸੀ ਤੁਸੀਂ
पग बन्नण ते पाबंदी लाई है हाँ कि मुगलों का हक है, दूजा नहीं कोई बन सकता। तुसी अकहरी की देखोगे मेरे सिख हुण दोहरी दस्तार सजाउणगे, वाह पीरी दे उपर मीरी दी भी बन लैणगे। पर अकल दा जनाजा उदों निकलदा जदों गुरु महाराज दी हजूरी च सिख सिख दी पग नूं हत्थ पाउंदा, सच्चा जी क्योंकि जानिया नहीं ना भी महाराज ने अपने सिरों उतार के साडे सिर बन्नी है। चलो खैर गुरु ही कृपा करे। कहते मेरे सिखा ते तुसी पाबंदियां ला रहे हो, नहीं ये नहीं लगणगियां। मैं ते उन्हां लोकां नूं दसांगा भी इस कायरता भरी जलालत दी जिंदगी नालों मरना किते चंगा है, ते फिर किन्ना चंगा होवे जी कि जबर दे जुल्म दे खिलाफ अत्याचार दे खिलाफ मैदान जंग दे विच सूरमे बन के लड़ीए। वाह सूरमियां दी फौज कीती तैयार, जी। हरमंदर साहब तो कढ लिया अकाल तख्त साहब, पर असीं हरमंदर साहब मत्था टेक के मुड़ोगे। दुनिया ते मंदिर बहुत है, जिस देवते दे नाम ते मंदिर ओदी मूर्ति अंदर है, हरमंदर साहब विच भी है। केड़ी गुर मूरत गुर शब्द है, शब्द है, बाकी मूर्तियां किसी इंसान दियां बनाईयां हैं। इत्थे तुरकी बाणी आई, सगली चिंत मिटाई। बाणी तो गल शुरू करी कीती है, बाणी वाली लेके आ रहा हाँ। इतिहास ही बाणी करके साडा सारा बने है। जी। इस करके आओ महाराज ने ये साडे वास्ते एक सिक्ख्या सी कि सचखंड श्री हरमंदर साहब जाने आपां इको ही रस्ता जाता, दूजा नहीं, इको ही है ना। जिस रस्ते गए उसे रस्ते मुड़े। पर असी की करते हैं, असी हरमंदर साहब जाने परिक्रमा करते हैं, इको वेले दो हो जांदियां ने। सवाल कोई करे परिक्रमा का की अर्थ है, नहीं सानू पता, जिन्नी कि मेरी समझ है दावा नहीं। परिक्रमा का अर्थ है प्राण, प्राण कीता है कि तेरे तो बिना साडा कोई नहीं। मंदिर ते बहुत है, सिख नूं किसी होर मंदिर जाण दी लोड़ नहीं। मैं गल सिख दी कर रहा, जेड़ा हरमंदर साहब ही चलिया गया उन्होंने किसी होर मंदिर जाण दी की लोड़ है। जेड़ा गुरु ग्रंथ साहब नूं झुक गया, जिन्हें गुरु ग्रंथ साहब की परिक्रमा कर ली, सिख की गल कर रहा, बाकी भी आ रहे हैं उत्थे, मैं गल सिख की कर रहा। सिखा तू गुरु ग्रंथ साहब की परिक्रमा की है, परिक्रमा का अर्थ है प्राण। तेरे वास्ते हुण ये प्राण है कि तेरा गुरु गुरु ग्रंथ साहब है जी। होर जाके किते सिर नहीं चुकाउणा, प्राण ते चले जाण, प्राण किवें चले जावे। जे परिक्रमा कीती कि वेखे वेखी गेड़ा बन पावे, परिक्रमा कीती है प्राण चले जाण, प्राण किवें चले जावे जी। गुरु ग्रंथ साहब की परिक्रमा कीती ना, सच। मत्था टेकिया आ गया अकाल तख्त साहब वाल, मुख भी नहीं कीता, भावें कि वो आपे ही जांदा है, आपे ही हो जांदा मुख जदों मत्था टेक के वापस मुड़दे अकाल तख्त साहब। पर असीं काले पै जाने, कोई सज्जे हो गया कोई खब्बे हो गया, ये ते वेख्या ही नहीं। अर्जन काया पलट के मूरत हार गोबे बिंद सवारी। सामने है गुरु जेड़ा छठम छेवां अकाल तख्त साहब के रूप विच है। गुरुद्वारे ते बाकी भी निशाना बनाए गए सी, 37 गुरुद्वारे। अकाल तख्त साहब ढाई का ही क्यों दर्द है? भावें हर गुरुद्वारा महानता रखता है, पर अकाल तख्त के बराबर महानता होर किसी तख्त की भी नहीं। मैनूं खिमा करना, भावें 5 तख्त ने, पर अकाल तख्त साहब की गल कर रहा हाँ। अकाल तख्त साहब गुरु हरगोबिंद हाजर नाजर ने, कलावा लेके खड़ोते ने, उन्हां दी हजूरी दे विच नत्था ते अब्दुल ढाडी वार पढ़ रहे ने जी। कि जे सच्चा तख्त साहियो श्री गुरु पाए कर भाई सब वर्णी न जाए कहो क्या, काहे कर खालसा पहम लीन से दर्श दिखाए कर श्री गुरु तख्त बराजे प्रभु है कर वीर नत्था ते अब्दुल जस के बनाए कर। ने खिंचिया सरंगी उत्ते गाज, नत्थे ने मारे घर ते ननकारा, अच्छे ने पाछा दी शान विच एक ढाडी वार पड़ी है वाला वार। आके जोश विच नत्थे उर्दू ढाठियां हो,
ਮੇਰਾ ਰੱਖਿਆ ਜੋ ਤਖਤ ਹੈ ਅਕਾਲ ਦਾ ਤੇ ਸੰਗਤਾਂ ਨੇ ਉਸਦੇ ਕਾਰ ਦਿੱਲੀ ਝੂਠਾ ਗਈ ਹੈ ਮੇਰੀ ਨਾਮ ਦਿੱਲੀ ਝੂਠਾ ਬੈਠਾ ਜਹਾਂਗੀਰ ਬਾਦਸ਼ਾਹ ਉਹ ਸੱਚਾ ਅਮਰਤ ਸਰ ਕਰਤਾਰ ਦਿੱਲੀ ਝੂਠਾ ਬੈਠਾ ਜਹਾਂਗੀਰ ਬਾਦਸ਼ਾਹ ਝੂਠਾ ਬੈਠਾ ਜਹਾਂਗੀਰ ਬਾਦਸ਼ਾਹ ਉਹ ਸੱਚਾ ਅਮਰਤ ਸਰ ਕਰਤਾਰ ਜਿਹਦੇ ਸਿੱਖ ਟਕਰਾਉਣੇ ਨਾਲ ਜ਼ਾਲਮਾ ਸਿੱਖ ਟਕਰਾਉਣੇ ਨਾਲ ਜ਼ਾਲਮਾ ਉਹ ਤੇ ਕੇ ਹੱਥ ਵਿੱਚ ਢਾਲ ਤਲਵਾਰ ਸੰਗਤਾਂ ਨੇ ਸਾਗਰ ਤੇ ਢਾਡੀਆਂ ਸੰਗਤਾਂ ਨੇ ਸਾਗਰ ਤੇ ਢਾਡੀਆਂ ਉਹ ਚੰਨ ਬੁੱਢੇ ਜੱਦੇ ਕੀਤਾ ਦਿਦਾਰ ਨਾਦਰ ਬਾਜਗ ਰੰਗਿਆ ਮਨਾ ਤੇਰੀਆਂ ਮਨ ਤੇਰੀਆਂ ਮਨ ਜੀ ਤੇਰੀਆਂ ਹਾਂ ਜੀ ਹਾਂ ਰਤੀਆਂ ਦਾ ਦੋ ਤਲਵਾਰੀ ਸ੍ਰੀ ਅਕਾਲ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਮਹਾ ਕੋਟ ਗਲ ਦਰਵਾਜ਼ਾ ਬਲਕ ਵਕੀਲ ਦੀ ਹੈ। ਨਾਲ ਸਿਪਾਹੀ ਨੀਮ ਨਾਲ ਮਾਂ ਪੁਸ਼ਤਾ ਕਰੇ ਤਕਦੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਹਰਗੋਬਿੰਦ ਜੀ ਹਿੰਦ ਦੀ ਜਿੱਤ ਬਣ ਕੇ ਦੁਖੀ ਜੀਵਾਂ ਦੇ ਦਰਦ ਵੰਡਾ ਦਿੱਤੇ। ਪੀਰੀ ਮੀਰੀ ਸਜਾ ਕੇ ਦੋ ਤੇਗਾ ਤੇ ਥਾਂ ਧਰ ਹਥਿਆਰੇ ਕਮਾ ਦਿੱਤੇ। ਆਹਾ ਥਾਂ ਪਾਣੀ ਦੇ ਪਿਤਾ ਦਾ ਖੂਨ ਪਾ ਕੇ ਸੱਚ ਹੈ ਜੀ ਸੁੱਕੇ ਧਰਮ ਦੇ ਫੁੱਲ ਖੜਾ ਦਿੱਤੇ। ਤੇ ਆਸਣ ਲਾ ਕੇ ਤਖਤ ਅਕਾਲ ਉੱਤੇ ਧੱਕੇਸ਼ਾਹੀ ਦੇ ਤਖਤੇ ਦਾ ਮਹਾਰਾਜ ਜੀ ਦਾ ਕਰੀਏ, ਜਿਨ੍ਹਾਂ ਨੇ ਬੋਲਣ ਦਾ ਬਲ ਦਿੱਤਾ ਹੈ, ਤੁਸਾਂ ਨੇ ਪਿਆਰ ਨਾਲ ਸਰਵਣ ਕੀਤਾ ਹੈ। ਇਥੋਂ ਦੀ ਪ੍ਰਬੰਧਕ ਕਮੇਟੀ ਦਾ ਸੁੱਚੇ ਰੂਪ ਵਿੱਚ ਧੰਨਵਾਦ ਕਰਦਾ ਹਾਂ। ਸਾਡੇ ਆਪ ਪਿਆਰੇ ਬੜੇ ਹੀ ਸੂਝਵਾਨ, ਬੜੇ ਹੀ ਸਿਆਣੇ, ਗੁਰੂ ਦੇ ਜਸ ਕਰਕੇ ਬੜੀ ਨੇੜਤਾ ਹੈ ਮੇਰੀ, ਬੜੀ ਉਹਨਾਂ ਨਾਲ ਸਾਂਝ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਸਰਦਾਰ ਰਾਮ ਸਿੰਘ ਜੀ, ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਸਰਦਾਰ ਜੋਗਿੰਦਰ ਸਿੰਘ ਜੀ, ਉਹਨਾਂ ਦੇ ਨਾਲ ਸਾਥੀ ਜਿਹੜੇ ਸਾਰੇ ਵੀ ਮੱਟੂ ਜੀ ਬੈਠੇ ਨੇ, ਸਾਰਿਆਂ ਵੱਲੋਂ ਹੀ, ਕਿਉਂਕਿ ਮੇਰੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਨੇ ਢਾਡੀਆਂ ਦਾ ਮਾਣ ਰੱਖਦਿਆਂ ਹੋਇਆਂ ਵੱਡਾ ਸਨਮਾਨ ਸਤਿਕਾਰ ਵੀ ਦਿੱਤਾ ਹੈ, ਪਿਆਰ ਨਾਲ ਬੈਠ ਕੇ ਸਰਵਣ ਕੀਤਾ ਹੈ। ਬਹੁਤ ਹੀ ਸਤਿਕਾਰਯੋਗ ਵੀਰ, ਜਿਨ੍ਹਾਂ ਦੇ ਕਰਕੇ ਅਸੀਂ ਯੂਰਪ ਦੀ ਧਰਤੀ ਤੇ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਯੂਰਪ ਦੀਆਂ ਵੱਖ-ਵੱਖ ਕੰਟਰੀਆਂ ਵਿੱਚ ਸੇਵਾ ਨਿਭਾ ਰਹੇ ਹਾਂ। ਜਿਨ੍ਹਾਂ ਨੇ ਉਦਮ ਉਪਰਾਲਾ ਕੀਤਾ, ਵੀਰ ਸਤਪਾਲ ਸਿੰਘ ਜੀ ਗਰਚਾ ਸਾਡੇ ਵੀਰ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਅੱਜ ਪੂਰੇ ਯੂਰਪ ਦੇ ਵਿੱਚ ਸਾਡੀ ਭਾਵੇਂ ਢਾਡੀ ਜਮਾਤ ਵਿੱਚੋਂ ਨੇ ਵੀਰ ਸਤਪਾਲ ਸਿੰਘ ਜੀ, ਪਰ ਕਵੀਸ਼ਰੀ ਦੀ ਕਲਾ ਵੀ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ। ਕਲਗੀਧਰ ਪਾਤਸ਼ਾਹ ਦੀ ਮਹਾਰਾਜ ਦੀ ਦੇਣ ਹੈ। ਕਵੀ ਸ਼ਾਇਰ 52 ਕਵੀ ਹੁੰਦੇ ਸੀ ਨਾ ਮਹਾਰਾਜ ਦੇ ਦਰਬਾਰ ਦੇ ਪਾਉਂਟਾ ਸਾਹਿਬ, ਜਿਹੜੇ ਕਵੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਵਿਤਾਵਾਂ ਪੜ੍ਹਦੇ ਸੀ ਨਾ, ਉਹਨਾਂ ਨੂੰ ਕਵੀ ਸ਼ਾਇਰ, ਉਹ ਕਵੀ ਸ਼ਾਇਰ ਤੋਂ ਕਵੀਸ਼ਰ ਬਣ ਗਏ। ਇੱਕ ਦਿਨ ਮਹਾਰਾਜ ਨੇ ਪਾਉਂਟਾ ਸਾਹਿਬ ਕਿਹਾ ਕਿ ਇਹਦੇ ਤੁਹਾਡੀ ਕਲਾ ਵੇਖਣੀ ਹੈ ਕਵੀਸ਼ਰੋ, ਭਾਵੇਂ ਵੱਖ-ਵੱਖ ਆ ਕੇ ਤੁਸੀਂ ਇਕੱਲੇ-ਇਕੱਲੇ ਹੋ ਕੇ ਕਵਿਤਾਵਾਂ ਪੜ੍ਹਦੇ ਹੋ ਸਟੇਜ ਤੇ, ਕੋਈ ਐਸੀਆਂ ਕਵਿਤਾਵਾਂ 2-2 3-3 ਜਣੇ ਇਕੱਠੇ ਹੋ ਕੇ ਪੜ੍ਹੋ, ਮਿਲਤ ਵੇਖੀਏ ਤੁਹਾਡੀ ਆਪਸੀ। ਜਦੋਂ ਇਹਨਾਂ 52 ਕਵੀਆਂ ਦੇ ਵਿੱਚੋਂ ਕਵੀਆਂ ਨੇ ਬਣਾ ਕੇ ਨਾ ਆਪਣੀਆਂ ਜੋਟੀਆਂ, ਕਿਸੇ ਨੇ 2-2 ਬਣਾ ਲਈਆਂ, ਕਿਸੇ ਨੇ 3-3 ਜੋਟੀਆਂ ਬਣਾ ਲਈਆਂ, ਤੇ ਜਦੋਂ ਸਟੇਜ ਤੇ ਆ ਕੇ ਕਵਿਤਾਵਾਂ ਪੜ੍ਹਨ ਲੱਗੇ 2-2 3-3 ਹੋ ਗਏ, ਤੇ ਮਹਾਰਾਜ ਕਹਿੰਦੇ ਅੱਜ ਤੋਂ ਇੱਕ ਕਵੀ ਸ਼ਾਇਰ ਕਵੀਸ਼ਰ ਹੋ ਗਿਆ। ਉਸ ਤੋਂ ਇਹ ਕਲਾ ਮਹਾਰਾਜ ਨੇ, ਕਿਉਂਕਿ ਛੇਵੇਂ ਪਾਤਸ਼ਾਹ ਨੇ ਢਾਡੀ ਕਲਾ ਲੈ ਕੇ ਆਂਦੀ ਇਸ ਘਰ, ਆਪਣੇ ਘਰ, ਤੇ ਕਲਗੀਧਰ ਪਾਤਸ਼ਾਹ ਨੇ ਕਵੀਸ਼ਰੀ ਕਲਾ ਲੈ ਕੇ ਆਂਦੀ। ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਸੇਵਾ ਨਿਭਾਉਂਦੇ ਨੇ। ਮੈਂ ਉਹਨਾਂ ਦੇ ਸਾਰੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਇਸੇ ਤਰ੍ਹਾਂ ਹੀ ਤੁਹਾਡੇ ਨਾਲ ਸੰਗਤ ਨਾਲ ਪਿਆਰ ਬਣਿਆ ਰਹੇ। ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਇੱਥੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਨੇ।
ਥੋੜੇ ਦਿਨਾਂ ਦੇ ਵਿੱਚ ਬਹੁਤਾ ਵੱਡਾ ਪਿਆਰ ਉਹਨਾਂ ਨੇ ਦਿੱਤਾ ਸਨਮਾਨ ਸੱਚੇ। ਦਿੱਤਾ। ਮੈਂ ਉਹਨਾਂ ਦੀ ਕਿਉਂਕਿ ਅਸੀਂ ਇਕੱਠੇ ਪੜ੍ਹੇ ਆ ਇੱਥੇ ਉਹ ਲੰਗਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ। ਉਹਨਾਂ ਨੇ ਕਿਹਾ ਸੀ ਪ੍ਰੋਗਰਾਮ ਜ਼ਰੂਰ ਇੱਕ ਜਿਹੜਾ ਹਫਤਾ ਸਾਡੇ ਕੋਲ ਤੁਸੀਂ ਸੇਵਾ ਨਿਭਾਉਣੀ ਹੈ। ਨੱਕ ਨੱਥ ਖਸਮ ਹੱਥ ਕਿਰਤ ਟੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਗੁਰੂ ਮਹਾਰਾਜ ਦੇ ਬਾਣੀ ਦੇ ਬਚਨ ਹੈ ਜਿੱਥੇ ਦਾਣਾ ਪਾਣੀ ਉੱਥੇ ਜਾ ਕੇ ਚੁਗ ਲੈਣੀ। ਗੁਰੂ ਕਿਰਪਾ ਕਰੇ। ਆਓ ਕੱਲ ਦਾ ਦੀਵਾਨ ਪਰਸੋਂ ਦਾ ਦੀਵਾਨ ਦੁਪਹਿਰ ਦਾ ਫਿਰ ਸਮਾਂ ਬਣਿਆ ਤੇ ਕਿਤੇ ਤੁਹਾਡੇ ਫਿਰ ਦਰਸ਼ਨ ਕਰਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ